ਦੋਸਤਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਅਸੀਂ ਸਬ ਇੰਸਪੈਕਟਰ ਦਾ ਜੋ ਪ੍ਰੀਵੀਅਸ ਪੇਪਰ ਹੈ ਉਸ ਨੂੰ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਹੱਲ ਕਰਾਂਗੇ। ਸੋ ਇਹ ਜੋ ਪੇਪਰ ਹੈ ਸਬ ਇੰਸਪੈਕਟਰ ਦੀ ਪੋਸਟ ਦੇ ਲਈ 2016 ਦੇ ਵਿੱਚ ਹੋਇਆ ਸੀ। ਉਸ ਤੋਂ ਬਾਅਦ ਜੋ 21 ਦੀਆਂ ਪੋਸਟਸ ਆਈਆਂ ਨੇ ਉਹਨਾਂ ਦੇ ਲਈ ਉਮੀਦ ਹੈ ਕਿ ਤੁਸੀਂ ਪੇਪਰ ਦੇਣ ਜਾ ਰਹੇ ਹੋ ਤੇ ਉਸ ਤੋਂ ਪਹਿਲਾਂ ਇਹ ਕੰਪਲੀਟ ਵੀਡੀਓ ਜ਼ਰੂਰ ਦੇਖਿਓ, ਕਿਉਂਕਿ ਪੇਪਰ ਦੇ ਵਿੱਚ ਜੋ ਕੁਐਸਚਨ ਨੇ ਉਹਨਾਂ ਸਾਨੂੰ ਢੰਗ ਪਤਾ ਚੱਲ ਜਾਂਦਾ ਹੈ, ਉਹਨਾਂ ਦਾ ਲੈਵਲ ਕਹਿ ਲਓ, ਜਾਂ ਫਿਰ ਉਸ ਤੋਂ ਬਿਨਾਂ ਕੁਝ ਕੁਐਸਚਨਸ ਨੇ ਜਿਹੜੇ ਉਹ ਰਿਪੀਟ ਹੋਣ ਦੇ ਵੀ ਚਾਂਸ ਹੁੰਦੇ ਨੇ। ਇਹ ਵੀਡੀਓ ਦੇ ਵਿੱਚ ਜੋ ਟੋਟਲ 100 ਸਵਾਲ ਸੀ, ਕੁੱਲ 100 ਸਵਾਲ ਸੀ, ਉਹ ਅਸੀਂ ਦੋ ਪਾਰਟਸ ਦੇ ਵਿੱਚ ਕਵਰ ਕਰਾਂਗੇ। ਇਹ ਵੀਡੀਓ ਦਾ ਪਾਰਟ ਨੰਬਰ 1 ਹੈ, ਸੈਕੰਡ ਪਾਰਟ ਜਲਦ ਹੀ ਅਸੀਂ ਰਿਲੀਜ਼ ਕਰਾਂਗੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਜੇਕਰ ਤੁਸੀਂ ਵੀਡੀਓ ਬਾਅਦ ਦੇ ਵਿੱਚ ਦੇਖ ਰਹੇ ਹੋ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਹੀ ਜਾਵੇਗਾ। ਚਲੋ ਜੀ ਸ਼ੁਰੂ ਕਰਦੇ ਹਾਂ। ਅਸੀਂ ਟੂ ਦਾ ਪੁਆਇੰਟ ਗੱਲ ਕਰਾਂਗੇ। ਜੋ ਪੇਪਰ ਦਾ ਮੀਡੀਅਮ ਸੀ ਉਹ ਇੰਗਲਿਸ਼ ਅਤੇ ਪੰਜਾਬੀ ਦੋਨੋਂ ਸੀ। ਅਸੀਂ ਸਿਰਫ ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿਰਫ ਇੱਕ ਮੀਡੀਅਮ ਦੇ ਵਿੱਚ ਹੀ ਸਵਾਲ ਪੜਿਆ ਕਰਾਂਗੇ ਤੇ ਡਾਇਰੈਕਟ ਆਨਸਰ ਦਿਆ ਕਰਾਂਗੇ। ਦੋਸਤੋ ਜੇਕਰ ਤੁਸੀਂ ਡਿਸਕ੍ਰਿਪਟਿਵ ਰੂਪ ਦੇ ਵਿੱਚ ਸਮਝਣਾ ਹੋਇਆ, ਕਿਉਂਕਿ ਮੈਥ ਦੇ ਕੋਈ ਸਵਾਲ ਸੀ ਉਹ ਡਿਸਕ੍ਰਿਪਟਿਵ ਰੂਪ ਦੇ ਵਿੱਚ ਸਮਝਣ ਵਾਲੇ ਸੀ, ਤਾਂ ਜੇਕਰ ਤੁਹਾਡੇ ਵਧੀਆ ਕਮੈਂਟ ਆਏ ਤਾਂ ਅਸੀਂ ਡਿਸਕ੍ਰਿਪਟਿਵ ਰੂਪ ਦੇ ਵਿੱਚ ਵੀ ਉਹਨਾਂ ਸਵਾਲਾਂ ਤੇ ਵੀਡੀਓ ਬਣਾ ਦੇਵਾਂਗੇ। ਚਲੋ ਜੀ ਸ਼ੁਰੂ ਕਰਦੇ ਹਾਂ। ਪ੍ਰਸ਼ਨ ਨੰਬਰ 1, ਵਿਸ਼ਵ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ? ਇਸ ਦੇ ਵਿੱਚ ਸਾਡੀ 20 ਆਪਸ਼ਨ ਰਾਈਟ ਹੋ ਜਾਣੀ ਸੀ। 4 ਆਪਸ਼ਨ ਦੇ ਵਿੱਚੋਂ 5 ਜੂਨ ਨੂੰ ਵਿਸ਼ਵ ਜੋ ਦਿਵਸ ਹੈ, ਵਿਸ਼ਵ ਵਾਤਾਵਰਣ ਦਿਵਸ ਹੈ, ਇਹ 5 ਜੂਨ ਨੂੰ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਹੈ ਜੀ ਸਵਾਲ ਨੰਬਰ 2, ਹੇਠ ਲਿਖਿਆਂ ਵਿੱਚੋਂ ਕਿਹੜੀ ਵਾਇਰਲ ਨਾਲ ਹੋਣ ਵਾਲੀ ਬਿਮਾਰੀ ਨਹੀਂ ਹੈ? ਤਾਂ ਇਹਦੇ ਵਿੱਚੋਂ ਸਾਡਾ ਰਾਈਟ ਆਨਸਰ ਹੋਣਾ ਸੀ ਆਪਸ਼ਨ ਸੀ, ਨਿਮੋਨੀਆ ਹੈ ਜਿਹੜੀ ਇਹ ਵਾਇਰਲ ਨਾਲ ਨਹੀਂ ਹੋਣ ਵਾਲੀ ਬਿਮਾਰੀ ਹੈ। ਸੋ ਇਸ ਤਰੀਕੇ ਨਾਲ ਅਸੀਂ ਆਪਸ਼ਨ ਸੀ ਸਿਲੈਕਟ ਕਰ ਲੈਣੀ ਸੀ। ਉਸ ਤੋਂ ਬਾਅਦ ਹੈ ਜੀ ਸਵਾਲ ਨੰਬਰ 3, ਰਾਤ ਦੇ ਸਮੇਂ ਇੱਕ ਰੁੱਖ ਦੇ ਹੇਠਾਂ ਸੌਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਕਿਉਂਕਿ ਕਿਉਂ ਨਹੀਂ ਦਿੱਤੀ ਜਾਂਦੀ? ਕਿਉਂਕਿ ਕਾਰਬਨ ਡਾਈਆਕਸਾਈਡ ਦਾ ਨਿਕਾਸ ਹੋ ਰਿਹਾ ਹੁੰਦਾ ਰਾਤ ਸਮੇਂ, ਇਸ ਕਰਕੇ ਸਲਾਹ ਨਹੀਂ ਦਿੱਤੀ ਜਾਂਦੀ। ਆਪਸ਼ਨ ਡੀ ਸਾਡਾ ਰਾਈਟ ਆਨਸਰ ਹੋ ਜਾਣਾ ਸੀ। ਠੀਕ ਹੈ ਜੀ, ਆਪਸ਼ਨ ਡੀ ਅਸੀਂ ਨੇ ਸਿਲੈਕਟ ਕਰਨਾ ਸੀ। ਸੋ ਹੁਣ ਅਸੀਂ ਕਰਦੇ ਹਾਂ ਜੀ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਹੈ ਜੀ ਕਿ ਕੋਡਨਕੁਲਮ ਕਿਸ ਲਈ ਜਾਣਿਆ ਜਾਂਦਾ ਹੈ? ਇਹਦੇ ਵਿੱਚੋਂ ਸਾਡਾ ਰਾਈਟ ਆਨਸਰ ਹੋਣਾ ਸੀ, ਚੌਥੇ ਸਵਾਲ ਦਾ ਰਾਈਟ ਆਨਸਰ ਹੋਏਗਾ ਡੀ, ਪਰਮਾਣੂ ਸ਼ਕਤੀ ਪਲਾਂਟ। ਠੀਕ ਹੈ ਜੀ, ਡੀ ਆਪਸ਼ਨ ਅਸੀਂ ਨੇ ਸਿਲੈਕਟ ਕਰ ਲੈਣੀ ਹੈ। ਉਸ ਤੋਂ ਬਾਅਦ 5ਵਾਂ ਤੇ 6ਵਾਂ ਜੋ ਸਵਾਲ ਨੇ ਇਹ ਨਿਰਦੇਸ਼ਾਂ ਦੇ ਨਾਲ ਸੰਬੰਧਿਤ ਨੇ। ਠੀਕ ਹੈ, ਸਾਨੂੰ ਨਿਰਦੇਸ਼ ਦਿੱਤੇ ਹੋਏ ਨੇ, ਉਹ ਜੋ ਕਥਨ ਦਿੱਤਾ ਹੋਇਆ, ਬਿਆਨ ਦਿੱਤਾ ਹੋਇਆ, ਉਹਨੂੰ ਬਸ ਅਸੀਂ ਨੇ ਸੱਚ ਮੰਨ ਲੈਣਾ, ਚਾਹੇ ਉਹ ਤੱਥਾਂ ਤੋਂ ਪਰਾਂ ਹੋਵੇ, ਨੋ ਪ੍ਰੋਬਲਮ। ਤਾਂ ਉਹਦੇ ਵਿੱਚ ਤੇ ਜੋ ਸਿੱਟੇ ਨਿਕਲ ਰਹੇ ਨੇ ਉਹਨਾਂ ਦੇ ਵਿੱਚੋਂ ਅਸੀਂ ਇੱਕ ਸਿੱਟਾ ਸਿਲੈਕਟ ਕਰਨਾ ਹੈ। ਠੀਕ ਹੈ ਜੀ, ਜਿਵੇਂ ਕਿ ਦੇਖੋ ਸਾਨੂੰ ਬਿਆਨ ਦਿੱਤਾ ਗਿਆ ਹੈਗਾ, 5ਵਾਂ ਸਵਾਲ ਪੜ੍ਹ ਰਹੇ ਹਾਂ ਅਸੀਂ। ਇਹ ਦੇ ਵਿੱਚ ਪਹਿਲਾ ਬਿਆਨ ਦਿੱਤਾ ਗਿਆ ਕਿ ਭਾਰਤੀ ਰਿਜ਼ਰਵ ਬੈਂਕ ਨੇ ਹੁਣੇ ਹੀ ਦੇਸ਼ ਦੇ ਕੁਝ ਛੋਟੇ ਬੈਂਕਾਂ ਉੱਤੇ ਰੋਕਾਂ ਲਾਈਆਂ ਹਨ। ਦੂਸਰਾ ਬਿਆਨ ਹੈ ਕਿ ਭਾਰਤ ਦੇ ਨਿੱਜੀ ਅਤੇ ਸਹਿਕਾਰੀ ਖੇਤਰ ਦੇ ਛੋਟੇ ਬੈਂਕ ਲੋਕ ਖੇਤਰ ਦੇ ਵੱਡੇ ਬੈਂਕਾਂ ਨਾਲ ਮੁਕਾਬਲਾ ਕਰਨ ਦੀ ਹਾਲਤ ਵਿੱਚ ਨਹੀਂ ਹਨ। ਤਾਂ ਇਸ ਬੇਸ ਤੇ ਸਾਨੂੰ 4 ਸਿੱਟੇ ਦਿੱਤੇ ਗਏ ਨੇ। ਠੀਕ ਹੈ ਜੀ, ਆਪਸ਼ਨ A B C D। ਤਾਂ ਇਹਨਾਂ ਦੇ ਵਿੱਚੋਂ ਸਾਡਾ ਰਾਈਟ ਆਨਸਰ ਹੋ ਜਾਣਾ ਸੀ 5ਵੇਂ ਦਾ ਬੀ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਣਾ ਸੀ। ਬੀ ਆਪਸ਼ਨ ਹੈ ਜੀ ਕਿ ਬਿਆਨ 2 ਕਾਰਨ ਹੈ ਅਤੇ ਬਿਆਨ 1 ਇਸ ਦਾ ਨਤੀਜਾ ਹੈ। ਠੀਕ ਹੈ ਜੀ, ਬੀ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਣਾ ਸੀ। ਉਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ 6ਵਾਂ ਪ੍ਰਸ਼ਨ। ਸਵਾਲ ਨੰਬਰ 6 ਹੈ, ਇਹਦੇ ਵਿੱਚ ਬਿਆਨ ਦਿੱਤਾ ਗਿਆ ਨੰਬਰ 1 ਕਿ ਪਿਛਲੇ ਕੁਝ ਮਹੀਨਿਆਂ ਤੋਂ ਘਰੇਲੂ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਬਦਲੇ ਨਹੀਂ ਹਨ। ਸੈਕੰਡ ਬਿਆਨ ਹੈ ਜੀ ਕਿ ਪਿਛਲੇ ਕੁਝ ਮਹੀਨਿਆਂ ਤੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਬਹੁਤ ਵੱਧ ਗਏ ਹਨ। ਤਾਂ ਇਸ ਬੇਸ ਤੇ 4 ਆਪਸ਼ਨ ਬਣਾਈਆਂ ਗਈਆਂ ਨੇ। ਤਾਂ ਇਹਨਾਂ ਦੇ ਵਿੱਚੋਂ 4 ਦੇ ਵਿੱਚੋਂ ਅਸੀਂ ਡਾਇਰੈਕਟ ਆਨਸਰ ਟਿਕ ਕਰਾਂਗੇ, ਕਿਉਂਕਿ ਇੰਨਾ ਸਮਾਂ ਤੁਹਾਡਾ ਬਰਬਾਦ ਨਾ ਹੋਵੇ। ਆਪਸ਼ਨ ਤੁਸੀਂ ਖੁਦ ਪੜ੍ਹ ਸਕਦੇ ਹੋ। ਇਹ PDF ਅਸੀਂ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਤੇ ਦੇ ਦੇਵਾਂਗੇ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਸੋ 6ਵੇਂ ਦਾ ਰਾਈਟ ਆਨਸਰ ਹੋਣਾ ਸੀ ਆਪਸ਼ਨ ਡੀ, ਬਿਆਨ 1 ਅਤੇ 2 ਸਾਂਝੇ ਕਾਰਨ ਦੇ ਨਤੀਜੇ ਹਨ। ਠੀਕ ਹੈ ਜੀ, ਇਹਦੇ ਵਿੱਚੋਂ ਅਸੀਂ ਨੇ ਆਪਸ਼ਨ ਡੀ ਸਿਲੈਕਟ ਕਰਨੀ ਸੀ। ਠੀਕ ਹੈ ਜੀ, ਇਸ ਤਰੀਕੇ ਨਾਲ ਅਸੀਂ ਇਹ ਸਿਲੈਕਟ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈ ਜੀ 7ਵਾਂ ਸਵਾਲ। ਸਵਾਲ ਨੰਬਰ 7 ਹੈ ਕਿ ਪ੍ਰਸਿੱਧ ਗੀਤ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਕਿਸ ਨੇ ਲਿਖਿਆ ਸੀ? ਇਹਦੇ ਵਿੱਚੋਂ ਆਪਸ਼ਨ ਬੀ ਸਾਡਾ ਰਾਈਟ ਆਨਸਰ ਹੋ ਜਾਣਾ ਸੀ, ਮੁਹੰਮਦ ਇਕਬਾਲ। ਠੀਕ ਹੈ ਜੀ, ਮੁਹੰਮਦ ਇਕਬਾਲ ਦੀ ਰਚਨਾ ਇਹ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਠੀਕ ਹੈ, ਆਪਸ਼ਨ ਬੀ ਸਾਡਾ ਰਾਈਟ ਆਨਸਰ ਹੋ ਜਾਣਾ ਸੀ।
ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 8, ਹਰੇ ਫਲਾਂ ਨੂੰ ਬਣਾਉਟੀ ਤੌਰ ਤੇ ਪਕਾਉਣ ਲਈ ਇਹ ਗੈਸ ਵਰਤੀ ਜਾਂਦੀ ਹੈ। ਤਾਂ 4 ਆਪਸ਼ਨ ਦੇ ਵਿੱਚੋਂ ਅਸੀਂ ਸਿਲੈਕਟ ਕਰਾਂਗੇ ਆਪਸ਼ਨ ਨੰਬਰ ਏ, ਇਥਾਲੀਨ। ਠੀਕ ਹੈ, ਇਹ ਗੈਸ ਵਰਤੀ ਜਾਂਦੀ ਹੈ ਇਹ ਜੋ ਫਲ ਹੁੰਦੇ ਨੇ ਇਹਨਾਂ ਨੂੰ ਬਣਾਉਟੀ ਤੌਰ ਤੇ ਪਕਾਉਣ ਦੇ ਲਈ। ਠੀਕ ਹੈ ਜੀ, ਹਰੇ ਕੱਚੇ ਫਲ ਹੁੰਦੇ ਨੇ ਉਹਨਾਂ ਨੂੰ ਪਕਾ ਕੇ ਇਸ ਤਰੀਕੇ ਨਾਲ ਇਹ ਵਪਾਰ ਵੀ ਲੋਕ ਚਲਾ ਰਹੇ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਹੈ 9ਵਾਂ ਸਵਾਲ। 9ਵਾਂ ਸਵਾਲ ਹੈ ਜੀ, ਸਟੇਟਮੈਂਟ ਹੈ ਕਿ ਰਾਸ਼ਟਰਪਤੀ ਵੱਲੋਂ ਉਹਨਾਂ ਵਿਅਕਤੀਆਂ ਵਿੱਚੋਂ ਰਾਜ ਸਭਾ ਦੇ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਕਲਾ, ਸਾਹਿਤ, ਸਮਾਜ ਸੇਵਾ ਆਦਿ ਵਿੱਚ ਨਾਮਣਾ ਖੱਟਿਆ ਹੋਵੇ, ਆਪਣੀ ਪਹਿਚਾਣ ਬਣਾਈ ਹੋਵੇ। ਤਾਂ ਇਹਦਾ ਰਾਈਟ ਆਨਸਰ ਹੋ ਜਾਣਾ ਸੀ ਜੀ 9ਵੇਂ ਦਾ ਸੀ ਆਪਸ਼ਨ ਰਾਈਟ ਆਨਸਰ ਹੋ ਜਾਣਾ ਸੀ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 10, ਪੰਜਾਬ ਦੀ ਵਿਧਾਨ ਸਭਾ ਵਿੱਚ ਕਿੰਨੀਆਂ ਸੀਟਾਂ ਹਨ? ਇਹ ਤਾਂ ਵੱਡਾ ਵਾਲਾ ਈਜ਼ੀ ਵਾਰ ਰਿਹਾ ਸੀ, 117। ਠੀਕ ਹੈ ਜੀ, ਉਸ ਤੋਂ ਬਿਨਾਂ ਜੇਕਰ ਗੱਲ ਕਰੀਏ ਲੋਕ ਸਭਾ ਦੀਆਂ 13 ਨੇ। ਠੀਕ ਹੈ, ਚੀਜ਼ ਨੂੰ ਵੀ ਧਿਆਨ ਦੇ ਵਿੱਚ ਜ਼ਰੂਰ ਰੱਖ ਲਿਓ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 11, ਹੇਠ ਲਿਖਿਆਂ ਵਿੱਚੋਂ ਕਿਹੜੀ ਨਾਚ ਸ਼ੈਲੀ ਨੂੰ ਸਹੀ ਮੈਚ ਨਹੀਂ ਕੀਤਾ ਗਿਆ? ਭਾਵ ਇਹਨਾਂ ਨੇ ਕੀ ਕੀਤਾ ਗਿਆ ਹੈ, ਜਿਵੇਂ ਆਪਸ਼ਨ ਪਹਿਲੀ ਹੈ ਦੇਖੋ, ਤਾਂ ਇੱਥੇ ਕੀ ਕੀਤਾ ਗਿਆ ਹੈ, ਜਿਹੜਾ ਹਰਿਆਣਾ ਹੈ ਉਹਦੇ ਨਾਲ ਕੀ ਲਿਖ ਰਿਹਾ ਝੂਮਰ, ਭਾਵ ਹਰਿਆਣੇ ਦਾ ਨਾਚ ਝੂਮਰ ਹੈ। ਤਾਂ ਇਹਦੇ ਵਿੱਚੋਂ ਗਲਤ ਸ਼ੈਲੀ ਅਸੀਂ ਨੇ ਸਿਲੈਕਟ ਕਰਨੀ ਹੈ। ਤਾਂ ਉੜੀਸਾ, ਛਾਊ, ਰਾਜਸਥਾਨ ਲਾਵਣੀ, ਇਹ ਰੌਂਗ ਹੋ ਜਾਣਾ ਸੀ। ਠੀਕ ਹੈ, ਸੀ ਆਪਸ਼ਨ ਸਾਡਾ ਰਾਈਟ ਆਨਸਰ ਹੋਏਗਾ, ਇਹ ਸਹੀ ਮੈਚ ਨਹੀਂ ਕੀਤਾ ਗਿਆ। ਠੀਕ ਹੈ ਜੀ, ਇਸ ਤਰੀਕੇ ਨਾਲ ਇਹ ਸਵਾਲ ਅਸੀਂ ਨੇ ਹੱਲ ਕਰਨਾ ਸੀ, ਇਹ ਪ੍ਰਸ਼ਨ ਅਸੀਂ ਨੇ ਅਟੈਂਪਟ ਕਰਨਾ ਸੀ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 12, ਹੇਠ ਲਿਖਿਆਂ ਵਿੱਚੋਂ ਕਿਹੜਾ ਗਲਤ ਮਿਲਾਇਆ ਗਿਆ ਹੈ? ਠੀਕ ਹੈ, ਇਹਨਾਂ ਦੀਆਂ ਫੁੱਲ ਫਾਰਮਸ ਨੇ ਇਹ, ਤਾਂ ਇਹਨਾਂ ਦੇ ਵਿੱਚੋਂ ਕਿਹੜਾ ਰੌਂਗ ਹੈ, ਕਿਹੜਾ ਗਲਤ ਹੈ, ਅਸੀਂ ਨੇ ਸਿਲੈਕਟ ਕਰਨਾ ਹੈ। ਤਾਂ CRR ਫਸਟ ਹੈ ਜਿਹੜਾ, ਇਹ ਹੀ ਰੌਂਗ ਹੋ ਜਾਵੇਗਾ। ਠੀਕ ਹੈ ਜੀ, ਕੈਸ਼ ਰਿਸਿਪਟ ਰੇਸ਼ੋ, ਇਹ ਸਾਡਾ ਰਾਈਟ ਆਨਸਰ ਹੋ ਜਾਣਾ ਸੀ ਆਪਸ਼ਨ ਏ। ਇਸ ਤਰੀਕੇ ਨਾਲ ਅਸੀਂ ਨੇ ਇਹ ਸਿਲੈਕਟ ਕਰਨਾ ਸੀ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ 13ਵਾਂ ਪ੍ਰਸ਼ਨ, ਸਾਲ 2020 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਿਹੜਾ ਸ਼ਹਿਰ ਕਰੇਗਾ? ਪਹਿਲਾਂ ਤਾਂ ਦੇਖੋ ਕਰੇਗਾ ਤੇ ਸੀ ਇਹ ਗੱਲ ਨਾ, ਹੁਣ ਤਾਂ ਹੋ ਹੀ ਰਹੀਆਂ ਨੇ ਖੇਡਾਂ। ਤਾਂ ਟੋਕੀਓ ਇਹਨਾਂ ਦੀ ਮੇਜ਼ਬਾਨੀ ਕਰ ਰਹੀ ਹੈ 2020 ਦੀ ਓਲੰਪਿਕਸ ਦੀ। ਠੀਕ ਹੈ, ਤਾਂ ਸੀ ਆਪਸ਼ਨ ਅਸੀਂ ਇਹਦੇ ਵਿੱਚੋਂ ਸਿਲੈਕਟ ਕਰ ਲੈਣੀ ਸੀ। ਉਦੋਂ ਤਾਂ ਦੇਖੋ ਹੋਣੀਆਂ ਸੀ, ਇਸ ਕਰਕੇ ਇਹਨਾਂ ਨੇ ਫਿਊਚਰ ਦੇ ਵਿੱਚ ਇਹ ਸਵਾਲ ਇਹਨਾਂ ਨੇ ਪੁੱਛਿਆ ਹੈ ਟੋਕੀਓ। ਠੀਕ ਹੈ ਜੀ, 13ਵੇਂ ਦਾ ਰਾਈਟ ਆਨਸਰ ਹੋ ਜਾਣਾ ਸੀ ਟੋਕੀਓ, ਆਪਸ਼ਨ ਸੀ ਰਾਈਟ ਆਨਸਰ ਸੀ। ਉਸ ਤੋਂ ਬਾਅਦ ਹੈ ਜੀ 14ਵਾਂ ਸਵਾਲ, ਉਸ ਆਕਾਰ ਨੂੰ ਪਹਿਚਾਣੋ ਜੋ ਇਸ ਖਾਕੇ ਨੂੰ ਪੂਰਾ ਕਰਦੀ ਹੈ। ਤਾਂ ਦੇਖੋ ਇਹਨੂੰ ਸਹੀ ਤਰੀਕਾ ਇਹ ਹੁੰਦਾ ਫਾਈਂਡ ਕਰਨ ਦਾ, ਜਿਵੇਂ ਇੱਥੇ ਲਾਈਨ ਲੱਗੀ ਹੋਈ ਹੈ ਉਸੇ ਤਰ੍ਹਾਂ ਅਸੀਂ ਲਾਈਨ ਇੱਥੇ ਲਗਾ ਲਓ, ਜਿਵੇਂ ਇਹ ਲਾਈਨਸ ਲੱਗੀਆਂ ਹੋਈਆਂ ਨੇ ਇਸੇ ਤਰ੍ਹਾਂ ਲਾਈਨਸ ਇੱਥੇ ਲਗਾ ਲੈਣੇ ਅਸੀਂ ਇਸ ਤਰੀਕੇ ਨਾਲ। ਤਾਂ ਇਹਦੇ ਵਿੱਚੋਂ ਸਾਡਾ ਸੀ ਆਪਸ਼ਨ ਰਾਈਟ ਹੋਏਗਾ। ਠੀਕ ਹੈ ਜੀ, ਆਪਸ਼ਨ ਸੀ ਅਸੀਂ ਨੇ ਸਿਲੈਕਟ ਕਰ ਲੈਣਾ ਸੀ। 14ਵੇਂ ਦਾ ਸੀ ਆਪਸ਼ਨ ਜਿਹੜਾ ਉਹ ਰਾਈਟ ਹੋਏਗਾ। ਦੇਖੋ ਇਹਨੂੰ ਥੋੜਾ ਜਿਹਾ ਸਮਝਾ ਦਿੰਦੇ ਅਸੀਂ ਤੁਹਾਨੂੰ, ਸ਼ਾਇਦ ਕੁਝ ਦੋਸਤਾਂ ਦੇ ਇਹ ਗੱਲ ਨਾ ਸਮਝ ਵਿੱਚ ਆਈ ਹੋਵੇ। ਦੇਖੋ ਜੀ ਇਹ ਬਾਕਸ ਸੀ ਇਸ ਤਰੀਕੇ ਨਾਲ, ਤਾਂ ਅਸੀਂ ਨੇ ਪੂਰਾ ਕਰ ਲਿਆ ਇਹ ਲਾਈਨ ਨੂੰ। ਠੀਕ ਹੈ, ਉਸ ਤੋਂ ਬਾਅਦ ਇਹ ਇਸ ਤਰ੍ਹਾਂ 2 ਲਾਈਨਸ ਲੱਗੀਆਂ ਹੋਈਆਂ ਨੇ, ਤਾਂ ਇਹ ਜਿਹੜਾ ਸੀ ਆਪਸ਼ਨ ਦੇ ਨਾਲ ਮੈਚ ਕਰ ਰਹੀ ਹੈ ਇਹ ਬਾਕਸ। ਠੀਕ ਹੈ, ਬਾਕੀਆਂ ਦੇ ਵਿੱਚ ਫਰਕ ਹੈ, ਇਹਦੇ ਵਿਚਕਾਰ ਥੋੜੀ ਜਿਹੀ ਸਪੇਸ ਹੈ, ਇਹ ਅੱਗੇ ਤੋਂ ਲਾਈਨ ਨਹੀਂ ਕੰਪਲੀਟ, ਇਹ ਰਿਵਰਸ ਹੋ ਗਿਆ ਤੇ ਵਿਚਕਾਰ ਤੋਂ ਵੀ ਇਹਦੀ ਲਾਈਨ ਕੰਪਲੀਟ ਨਹੀਂ। ਤਾਂ ਸੀ ਆਪਸ਼ਨ ਇਹਦਾ ਰਾਈਟ ਆਨਸਰ ਹੋਣਾ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਹੈ ਜੀ ਪੰਜਾਬੀ ਦੇ ਵਿੱਚੋਂ ਪੁੱਛ ਰੱਖਿਆ ਜਾਂ ਕਾਸੇ ਦੇ ਵਿੱਚੋਂ ਕਹਿ ਲਓ, ਸਾਹਿਤ ਦੇ ਵਿੱਚੋਂ। ਠੀਕ ਹੈ, ਤਾਂ ਦੇਖੋ ਕਿ ਰਸੀਦੀ ਟਿਕਟ ਕਿਸ ਜਾਣੇ ਪਹਿਚਾਣਨੇ ਲੇਖਕ ਦੀ ਸਵੈ ਜੀਵਨੀ ਦਾ ਸਿਰਲੇਖ ਹੈ? ਤਾਂ ਰਸੀਦੀ ਟਿਕਟ ਹੈ ਜਿਹੜੀ ਅੰਮ੍ਰਿਤਾ ਪ੍ਰੀਤਮ ਦੀ ਹੈ। 15ਵੇਂ ਦਾ ਆਪਸ਼ਨ ਬੀ ਸਾਡਾ ਰਾਈਟ ਆਨਸਰ ਹੋ ਜਾਣਾ ਸੀ। ਠੀਕ ਹੈ ਜੀ, ਰਸੀਦੀ ਟਿਕਟ ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਹੈ। ਠੀਕ ਹੈ ਜੀ, ਉਸ ਤੋਂ ਬਿਨਾਂ ਇੱਕ ਸੁਨੇੜੇ ਬਾਰੇ ਵੀ ਬਹੁਤ ਸਵਾਲ ਪੁੱਛ ਲੈਂਦੇ ਨੇ। ਠੀਕ ਹੈ ਜੀ, ਅੰਮ੍ਰਿਤਾ ਪ੍ਰੀਤਮ ਦੀ ਇੱਕ ਰਚਨਾ ਹੈ ਸੁਨੇੜੇ, ਜਿਹਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲੇ ਹੈ। ਇੰਪੋਰਟੈਂਟ ਹੈ ਵੀ ਇਹਨਾਂ ਦੀ ਰਚਨਾ ਦਾ ਨਾਂ, ਸੋ ਇਹਨੂੰ ਧਿਆਨ ਦੇ ਵਿੱਚ ਰੱਖ ਲਿਓ। ਹੁਣ ਅਸੀਂ ਡਿਸਕਸ ਕਰਦੇ ਹਾਂ ਜੀ 16ਵਾਂ ਪ੍ਰਸ਼ਨ। 16ਵਾਂ ਪ੍ਰਸ਼ਨ ਹੈ ਜੀ ਕਿ ਇੱਕ ਆਦਮੀ ਆਪਣੀ ਤਨਖਾਹ ਦਾ 2/5 ਹਿੱਸਾ ਘਰ ਦੇ ਕਿਰਾਏ ਉੱਤੇ, ਠੀਕ ਹੈ, 2.5 ਜਿਹੜਾ ਉਹ ਆਪਣੇ ਘਰ ਦੇ ਕਿਰਾਏ ਦੇ ਉੱਤੇ ਖਰਚ ਦਿੰਦਾ ਹੈ। 2/5 40% ਬਣ ਗਿਆ। ਠੀਕ ਹੈ ਜੀ, ਅਸੀਂ ਡਾਇਰੈਕਟ ਤੁਹਾਨੂੰ ਇਹਦਾ ਆਨਸਰ ਲਿਖਾਵਾਂਗੇ। ਉਹਨੇ 82% ਦਾ ਖਰਚ ਕਰਤਾ। ਠੀਕ ਹੈ, ਉਹਨੇ 82% ਜਿਹੜਾ ਉਹ ਖਰਚਾ ਕਰਤਾ, ਤੇ 82.5 ਕਿਉਂਕਿ ਦੇਖੋ ਕੀ ਸੀ ਇਹ 40% ਹੈ, 30% ਹੈ, 12.5% ਹੈ। ਠੀਕ ਹੈ, ਤਾਂ 82.5% ਉਹਨੇ ਖਰਚ ਕਰਤਾ, ਤੇ ਉਸ ਤੋਂ ਬਾਅਦ
ਪਿੱਛੇ ਕਿੰਨਾ ਰਹਿ ਗਿਆ ਉਹਦਾ 17.5%, ਜੋ ਕਿ 1400 ਦੇ ਬਰਾਬਰ ਕਹਿ ਰਹੇ ਹੈ ਉਹ। ਠੀਕ ਹੈ ਵੀ 1400 ਸਾਡੇ ਕੋਲ ਬਚਤ ਰਹਿ ਗਈ, ਪਿੱਛੇ ਬਚ ਗਿਆ। ਤਾਂ ਹੁਣ ਇਹਦੇ ਵਿੱਚੋਂ ਅਸੀਂ 1% ਫਾਈਂਡ ਕਰਾਂਗੇ, ਕਿਉਂਕਿ ਕਿਸੇ ਸੰਖਿਆ ਦਾ ਜੇਕਰ 17.5% ਇਹ ਹੈ, ਠੀਕ ਹੈ, ਤਾਂ ਉਹ ਸੰਖਿਆ ਟੋਟਲ ਕਿੰਨੀ ਹੋਏਗੀ। ਤਾਂ ਇਹ ਪਤਾ ਕਰਨ ਦੇ ਲਈ ਅਸੀਂ ਕੀ ਕਰਾਂਗੇ, 1400 ਨੂੰ, ਠੀਕ ਹੈ ਜੀ, 1400 ਨੂੰ 100 ਦੇ ਨਾਲ ਗੁਣਾ ਕਰਾਂਗੇ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਇਹਨੂੰ ਡਿਵਾਈਡ ਕਰ ਦਾਂਗੇ 17.5 ਦੇ ਨਾਲ। ਤਾਂ ਇਹ 0 ਉੱਪਰ ਲਗਾ ਲਾਂਗੇ, ਇਹ ਪੁਆਇੰਟ ਹਟਾ ਕੇ ਕੱਟ ਕਟਾ ਕੇ ਇੱਥੇ ਆ ਜਾਊਗਾ 40 ਤੇ ਨੀਚੇ ਬਣ ਜਾਊਗਾ ਇਹ 7, ਇਹ ਇੱਥੇ ਕੱਟ ਗਿਆ 20, 8000 ਆ ਗਿਆ। ਠੀਕ ਹੈ ਜੀ, ਤਾਂ ਉਹਦੀ ਟੋਟਲ ਆਮਦਨ ਕਿੰਨੀ ਆ ਗਈ, 8000 ਆ ਗਈ। ਤਾਂ ਟੋਟਲ ਆਮਦਨ ਉਹਦੀ 8000 ਆ ਗਈ। ਤੇ ਉਸ ਤੋਂ ਬਾਅਦ ਕਹਿ ਕੀ ਰਹੇ ਨੇ ਸਾਨੂੰ, ਕਹਿੰਦੇ ਭੋਜਨ ਅਤੇ ਸਵਾਰੀ ਦੇ ਉੱਤੇ ਖਰਚ ਦੱਸਣੇ ਅਸੀਂ ਨੇ ਕਿੰਨਾ ਹੋਏਗਾ। ਠੀਕ ਹੈ, ਤਾਂ ਇੱਥੇ ਅਸੀਂ ਨੇ ਕੀ ਕਰ ਲੈਣਾ, ਦੇਖੋ ਜੀ, ਭੋਜਨ ਦੇ ਉੱਤੇ ਖਰਚ ਕਰ ਰਿਹਾ ਸੀ ਉਹ 30%, ਜਦ ਕਿ ਸਵਾਰੀ ਦੇ ਉੱਤੇ ਖਰਚ ਕਰ ਰਿਹਾ ਸੀ ਉਹ 1/8 ਯਾਨੀ ਕਿ 12.5%। ਠੀਕ ਹੈ ਜੀ, ਤਾਂ ਟੋਟਲ ਉਹ 42% ਖਰਚ ਕਰ ਰਿਹਾ ਹੈ। ਤਾਂ ਅਸੀਂ 8000 ਦਾ, ਠੀਕ ਹੈ ਜੀ, 8000 ਦਾ ਅਸੀਂ 42% ਜਿਹੜਾ ਉਹ ਫਾਈਂਡ ਕਰ ਲਵਾਂਗੇ, 42.50, 42.5%। ਠੀਕ ਹੈ ਜੀ, ਕਿਉਂਕਿ ਭੋਜਨ ਦੇ ਉੱਤੇ ਤੇ ਸਵਾਰੀ ਦੇ ਉੱਤੇ ਉਹਨੇ ਇੰਨਾ ਹੀ ਖਰਚ ਕੀਤਾ ਹੈ। ਤਾਂ ਇਹਨੂੰ ਅਸੀਂ ਨਿਚਲੇ ਇਹਦੇ ਪੁਆਇੰਟ ਵੀ ਹਟਾ ਲਾਂਗੇ। ਠੀਕ ਹੈ, ਇਹ ਪੁਆਇੰਟ ਵੀ ਖਤਮ ਕਰ ਲਿਆ ਅਸੀਂ ਨੇ, 0 ਹੀ ਲਗਾ ਲਈ ਇਹਦੇ ਨਾਂ ਦੀ, ਇਹ ਮੰਨ ਲਿਓ। ਠੀਕ ਹੈ, ਤਾਂ ਦੇਖੋ ਜੀ, ਇਹਨੂੰ ਕੱਟ ਕਟਾ ਕੇ ਬਣੂਗਾ ਸਾਡਾ, ਕੱਟ ਕਟਾ ਕੇ ਗੁਣਾ ਕਰਕੇ 3400। ਠੀਕ ਹੈ, 3400 ਬਣ ਗਿਆ। 3400 ਆਪਸ਼ਨ ਦੇ ਵਿੱਚ ਹੈ ਨਹੀਂਗਾ, ਤਾਂ ਇੱਥੇ ਸ਼ਾਇਦ ਇਹ ਕੁਐਸਚਨ ਦੇ ਉੱਤੇ ਇਹਨਾਂ ਦੀ ਆਬਜੈਕਸ਼ਨ ਵੀ ਸੀ, ਇਹਨਾਂ ਨੂੰ ਸ਼ਾਇਦ ਗ੍ਰੇਸ ਵਗੈਰਾ ਮਿਲਿਆ ਹੋਵੇ ਜਿਨ੍ਹਾਂ ਨੇ ਪੇਪਰ ਦਿੱਤਾ ਸੀ। ਠੀਕ ਹੈ, ਤਾਂ ਇਹਦਾ ਆਨਸਰ 3400 ਆਉਣਾ ਸੀ ਇਹਨਾਂ ਨੂੰ ਗੁਣਾ ਕਰਕੇ। ਠੀਕ ਹੈ, ਲਾਸਟ ਦੇ ਵਿੱਚ, ਕਿਉਂਕਿ ਭੋਜਨ ਅਤੇ ਸਵਾਰੀ ਦੇ ਉੱਤੇ ਉਹਨੇ ਕਿੰਨਾ ਖਰਚ ਕੀਤਾ ਸੀ, 42.5%। ਤਾਂ 8000 ਦਾ 42.5% 3400 ਬਣਦਾ, ਜੋ ਕਿ ਆਪਸ਼ਨ ਦੇ ਵਿੱਚ ਨਹੀਂ ਹੈਗਾ। ਤਾਂ ਅਸੀਂ ਕੀ ਕਰੀਏ, ਠੀਕ ਹੈ, ਆਨਸਰ ਇਹਨਾਂ ਨੇ ਸ਼ਾਇਦ ਇੱਥੇ ਰੌਂਗ ਦਿੱਤਾ, ਗ੍ਰੇਸ ਮਿਲੀ ਹੋਣੀ ਸ਼ਾਇਦ ਇਹਨਾਂ ਨੂੰ। ਠੀਕ ਹੈ, ਉਸ ਤੋਂ ਬਾਅਦ ਹੈ ਜੀ ਕਿ ਅਸੀਂ ਨੇ 17ਵੇਂ ਤੋਂ ਲੈ ਕੇ 19ਵੀਂ ਤੱਕ, ਠੀਕ ਹੈ, ਇਹੀ ਡਾਇਰੈਕਸ਼ਨ ਦੇ ਅਕੋਰਡਿੰਗ, ਇਸ ਗ੍ਰਾਫ ਦੇ ਅਕੋਰਡਿੰਗ ਹੱਲ ਕਰਨੇ ਨੇ। ਪਹਿਲਾਂ ਤਾਂ ਇਹ ਗ੍ਰਾਫ ਧਿਆਨ ਨਾਲ ਦੇਖ ਲਓ, ਉਸ ਤੋਂ ਬਾਅਦ ਅਸੀਂ ਸਵਾਲ ਕਰਦੇ ਹਾਂ। ਦੇਖੋ ਜੀ, ਸਭ ਤੋਂ ਪਹਿਲਾਂ 17ਵਾਂ ਸਵਾਲ ਪੜ੍ਹਦੇ ਹਾਂ ਅਸੀਂ। ਸਾਲ 2010 ਵਿੱਚ ਸਾਰੀਆਂ ਸ਼ਾਖਾਵਾਂ ਦੀ ਔਸਤ ਵਿਕਰੀ ਹਜ਼ਾਰਾਂ ਵਿੱਚ ਕੀ ਹੈ। ਦੇਖੋ ਜੀ, ਪਹਿਲਾਂ ਤਾਂ ਇਹ ਗ੍ਰਾਫ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ। ਇਹ ਜਿਹੜੇ ਸ਼ੇਡ ਕੀਤੇ ਹੋਏ ਨੇ, ਇਹ ਤਾਂ 2010 ਦਾ ਗ੍ਰਾਫ ਹੈ, ਜਿਹੜਾ ਖਾਲੀ ਛੱਡਿਆ ਹੋਇਆ ਇਹ 2011 ਦਾ ਗ੍ਰਾਫ ਹੈ। ਠੀਕ ਹੈ, ਤਾਂ ਅਸੀਂ 2010 ਦਾ ਦੱਸਣਾ ਕੀ ਹੋਏਗਾ। ਠੀਕ ਹੈ ਜੀ, 2010 ਦਾ ਦੱਸਣਾ ਅਸੀਂ ਨੇ। ਤਾਂ ਇੱਥੇ ਜਿਹੜੇ ਇਹ ਸ਼ੇਡ ਕੀਤੇ ਹੋਏ ਨੇ ਨਾ, ਜਿਵੇਂ ਇਹ 80 ਹੋ ਗਿਆ, 75 ਹੋ ਗਿਆ, ਇੱਥੇ 95 ਹੋ ਗਿਆ, 85 ਹੋ ਗਿਆ, 75 ਹੋ ਗਿਆ, 70 ਹੋ ਗਿਆ, ਇਹ ਸਾਰਿਆਂ ਨੂੰ ਐਡ ਕਰ ਲਾਂਗੇ। ਠੀਕ ਹੈ, ਐਡ ਕਰਕੇ ਇਹਨੂੰ 6 ਦੇ ਉੱਤੇ ਡਿਵਾਈਡ ਕਰ ਦਾਂਗੇ। ਠੀਕ ਹੈ, ਉਸ ਤੋਂ ਬਾਅਦ ਸਾਡਾ ਜਿਹੜਾ ਰਾਈਟ ਆਨਸਰ ਆਏਗਾ ਉਹ 17ਵੇਂ ਦਾ B ਆਪਸ਼ਨ ਆ ਜਾਊਗਾ। ਠੀਕ ਹੈ, 80 ਰਾਈਟ ਆਨਸਰ ਆ ਜਾਊਗਾ। ਤੁਸੀਂ ਐਡ ਕਰਕੇ ਦੇਖ ਲਿਓ, ਜੋ ਇਹ ਸ਼ੇਡ ਕੀਤੇ ਹੋਏ ਨੇ। ਠੀਕ ਹੈ, ਸਿਰਫ ਸ਼ੇਡ ਕੀਤੇ ਹੋਏ ਨੂੰ ਐਡ ਕਰਕੇ 6 ਤੇ ਡਿਵਾਈਡ ਕਰ ਦਿਓ, ਇਸ ਤਰੀਕੇ ਨਾਲ ਉਹਦੀ ਔਸਤ ਨਿਕਲ ਆਵੇਗੀ। ਠੀਕ ਹੈ ਜੀ, ਤੁਸੀਂ ਇਹ ਖੁਦ ਹੀ ਹੱਲ ਕਰਨਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਵੀ ਅਸੀਂ ਮੈਥ ਤੇ ਰੀਜ਼ਨਿੰਗ ਦੇ ਉੱਤੇ ਸਪੈਸ਼ਲ ਡਿਸਕ੍ਰਿਪਟਿਵ ਰੂਪ ਦੇ ਵਿੱਚ ਵੀਡੀਓ ਬਣਾਈਏ, ਤਾਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ 18ਵਾਂ ਸਵਾਲ ਹੈ ਕਿ B1, B3 ਅਤੇ B5 ਦੀ 2 ਸਾਲਾਂ ਵਿੱਚ ਇਕੱਠੇ ਕੁੱਲ ਹਜ਼ਾਰਾਂ ਕਿੰਨੀ ਹੈ ਵਿਕਰੀ, ਇਕੱਠੇ ਕੁੱਲ ਵਿਕਰੀ ਕਿੰਨੀ ਹੈ। ਤਾਂ ਇਹਨਾਂ ਦੋਨਾਂ ਸਾਲਾਂ ਦੇ ਵਿੱਚ ਦੱਸਣਾ ਅਸੀਂ ਨੇ B1 ਦੀ। ਠੀਕ ਹੈ ਜੀ, ਇੱਕ ਤਾਂ B1 ਦੀ ਦੱਸਣੀ ਹੈ, B3 ਦੱਸਣੀ ਹੈ, B5 ਦੀ ਦੱਸਣੀ ਹੈ। ਤਾਂ ਇਹ ਟੋਟਲ ਐਡ ਕਰ ਲਓ। ਠੀਕ ਹੈ ਜੀ, 105 ਤੇ 80 ਨੂੰ ਐਡ ਕਰ ਦਾਂਗੇ। ਠੀਕ ਹੈ ਜੀ, 105 ਅਤੇ 80 ਨੂੰ ਐਡ ਕਰ ਦਾਂਗੇ। ਉਸ ਤੋਂ ਬਾਅਦ B3 ਦੇ ਵਿੱਚ ਅਸੀਂ 95 ਅਤੇ 110 ਨੂੰ ਐਡ ਕਰ ਦਾਂਗੇ। B5 ਦੇ ਵਿੱਚ ਅਸੀਂ 95 ਅਤੇ 75 ਨੂੰ ਐਡ ਕਰ ਦਾਂਗੇ। ਇਹਨਾਂ ਨੂੰ ਐਡ ਕਰਕੇ ਅਸੀਂ ਡਿਵਾਈਡ ਕਰ ਦੇਵਾਂਗੇ। ਠੀਕ ਹੈ ਜੀ, ਇਸ ਤਰੀਕੇ ਨਾਲ ਸਾਡੇ ਇਹਨਾਂ ਦੀ ਔਸਤ ਨਿਕਲ ਜੂਗੀ। ਤਾਂ 18ਵੇਂ ਦਾ ਰਾਈਟ ਆਨਸਰ ਜੋ ਹੋਏਗਾ ਅਸੀਂ ਉਹ ਟਿਕ ਕਰਾਂਗੇ ਆਪਸ਼ਨ D। ਠੀਕ ਹੈ ਜੀ, ਆਪਸ਼ਨ D ਸਾਡਾ ਰਾਈਟ ਆਨਸਰ ਹੋ ਜਾਏਗਾ 560। ਤੁਸੀਂ ਇਹਨੂੰ ਹੱਲ ਕਰਕੇ ਖੁਦ ਦੇਖਣਾ ਹੈ। ਉਸ ਤੋਂ ਬਾਅਦ ਅਸੀਂ ਹੱਲ ਕਰਦੇ ਹਾਂ ਜੀ 19ਵਾਂ ਸਵਾਲ। B2 ਦੀ 2 ਸਾਲਾਂ ਵਿੱਚ ਕੁੱਲ ਵਿਕਰੀ ਅਤੇ B4 ਦੀ 2 ਸਾਲਾਂ ਵਿੱਚ ਕੁੱਲ ਵਿਕਰੀ ਦਾ ਆਪਸ ਵਿੱਚ ਅਨੁਪਾਤ ਦੱਸਣਾ ਸੀ ਨਹੀਂ। ਤਾਂ ਇੱਥੇ B2 ਅਤੇ B4 ਦੋਨਾਂ ਦੀ ਵਿਕਰੀ ਕੱਢਾਂਗੇ। ਪਹਿਲਾਂ ਤਾਂ ਅਸੀਂ ਦੇਖੋ ਜੀ, B2 ਇਹ ਹੈ। ਠੀਕ ਹੈ, ਉਸ ਤੋਂ ਬਾਅਦ B4 ਇਹ ਹੈ। ਤਾਂ ਇੱਥੇ ਅਸੀਂ ਕੀ ਕਰਾਂਗੇ, 75 ਅਤੇ, ਠੀਕ ਹੈ ਜੀ, 75 ਅਤੇ 65 ਨੂੰ ਐਡ ਕਰਾਂਗੇ। ਪਹਿਲਾਂ ਤਾਂ ਇਹਨੂੰ ਐਡ ਕਰਕੇ ਬਣੇਗਾ ਸਾਡਾ
40। उस तो बाद असीं ऐड करांगे 85 ਅਤੇ 95 ਨੂੰ। 85 ਅਤੇ 95 ਨੂੰ ऐड करके बनेगा साडा 180। ठीक है जी, 180 बन जाना सी। तो इन्हां दोनों का असीं अनुपात दसना सी। 140 अनुपात 180, ये जी नाल तो 0 कैंसल हो गई। उस तो बाद ये 7 आ गया, इत्थे कट के इत्थे 9 आ गया, तो 7 9 की रेशो इन्हां दे विचकार होवेगी। तो इस तरीके नाल 19वें दा राइट आंसर साडा हो जाना सी ऑप्शन डी। ठीक है जी, 7 9 की जी रेशो वो राइट होनी सी। तो इस तरीके नाल तुसीं ये सवाल हल करने सी। उस तो बाद असीं हल करते हाँ जी 20वां सवाल। देखो जी 20वां सवाल है कि हेठ लिखिया विचों किहड़ा वाक्य तिन्नां नालों वखरा है। तो ये असीं ऑर्डर सिलेक्ट करना है कि किहड़ा अलग दा किहड़ा हैगा। तो ये साडा राइट आंसर हो जाना सी 20वें दे विच डी। 20वें दे विच डी साडा राइट आंसर हो जाना सी। उस तो बाद है जी 21वां सवाल। ठीक है जी, 21वां प्रश्न है कि हेठ लिखिया विचों किहड़ा गलत मिलाया गया, किहड़े दा कॉम्बीनेशन है जिहड़ा वो सही नहीं है गया, सही नहीं मैच किया गया। तो ये देखो जी ये विचों जिहड़ा ये ऑप्शन बी है ये साडा राइट आंसर हो जाएगा, क्योंकि सरोद जाकिर हुसैन दे नाल रिलेटेड नहीं है। तो बी ऑप्शन असीं सिलेक्ट कर लैनी सी। उस तो बाद है जी प्रश्न नंबर 22, हेठ लिखिया दी काल वंड अनुसार तरतीब करो। भाव भी जिहड़ियां ये घटनावां ने अंदोलन ने वो किस ईयर दे विच वापरे ने। तो इस बेस ते असीं की करनी है, इन्हां दी एक सीरीज बनाउणी सी, सही क्रम दसना सी। तो इहदे विचों असीं सब तो पहलां तो देखो तुहानूं सिंपल वे ही दस दिंदे हां। सब तो पहलां बंगाल दी वंड होई सी 1900 इन्हां दे अकॉर्डिंग 1905 दे विच। ठीक है, 1905 ईस्वी दे विच। तो उस तो बाद ये होया सी लास्ट दे विच। ठीक है जी, 1942 दे विच। तो इस तरीके नाल असीं डायरैक्ट ही ट्रिक कह लो या किवें मर्जी कह लो। ठीक है, तो 22वें का असीं डी ऑप्शन सिलेक्ट कर लेना सी, क्योंकि चौथा सब तो पहलां लिखिया होया है। ठीक है, उस तो बाद दूसरा इन्होंने लास्ट दे विच लिखिया होया है। तो विच वालियां नूं चाहे असीं डायरैक्ट ना ही फाइंड करिए, जेकर सानूं नॉलेज होगी इस ईयर्स की तो ही असीं इहनूं हल कर सकांगे। सो इहदे विचों डी ऑप्शन साडा राइट आंसर होना सी। उस तो बाद असीं हल करते हाँ जी अगला प्रश्न। अगला जो सवाल है ये भी कालवंड के नाल रिलेटेड है। ठीक है, कि सब तो पहला किहड़े राज का निर्माण होया, इन्हां दे विचों आंध्र प्रदेश, महाराष्ट्र, पंजाब, नागालैंड। तो ये विचों साडा 23वें का राइट आंसर हो जाना सी ऑप्शन बी। ठीक है जी, ऑप्शन बी साडा राइट आंसर हो जाना सी। आंध्र प्रदेश सब तो पहला बनिया सी। अते जेकर गल करिए पंजाब दी सब तो लास्ट दे विच बनिया सी। तो पहला नंबर ते जिहड़ा ये पहले नंबर ते अते तीसरा पंजाब है लास्ट नंबर ते बी ऑप्शन दे विच आया होया। तो बी ऑप्शन साडा राइट आंसर हो जाना सी। उस तो बाद असीं हल करते हाँ जी 24वां प्रश्न। 24वां प्रश्न है जी कि सानू बयान दिते गए ने 2 अते कुछ नतीजे दिते गए ने। तो असीं ने तत्थां तो उल्ट होवे चाहे किवें मर्जी होवे जिहड़ा बयान है असीं उहनूं सच ही मनना है। जरूरी तो नहीं भी डब्बे कुत्ते होणगे, कुत्ते कलमां होणगीਆਂ। तो तत्थ नूं असीं ने कुछ नहीं ध्यान दे विच रखना, सिर्फ जिवें लिखिया होया उहनूं सच मन के असीं ने एक उत्तर दे उत्ते पहुंचना है। तो बयान दिता गया है कि कुछ डब्बे कुत्ते हन, ते सैकेंड है कि सारे कुत्ते कलमां हन। तो नतीजा दसना असीं नहीं किहड़ा सही होएगा। तो इनू डायग्राम के थ्रू हल करने की कोशिश करा करो। देखो जी कुछ डब्बे कुत्ते हन, तो असीं ने डब्बे का एक डायग्राम बना लिया, उस तो बाद कुत्ते का बना लिया। ठीक है, यह डब्बे दा, यह कुत्ते दा। उस तो बाद सारे कुत्ते कलमां हन, तो यह कुत्ते वाला जिहड़ा डायग्राम है यह कवर हो गया काहदे विच, कलमां दे विच। ठीक है, कलमां दे विच कवर हो गया यह कलमां दा जिहड़ा उपर वाला है। तो इस बेस ते असीं नतीजे पढ़ते हैं। पहला नतीजा है कि कुछ डब्बे कलमां हन। देखो कुछ डब्बे, ठीक है, तो यह डब्बे का कुछ हिस्सा कलमां दे विच भी कवर हो रहा है। तो पहला तो बिल्कुल राइट नतीजा। उस तो बाद दूसरा देखते हैं कि कुछ कलमां डब्बे हन, कुछ कलमां। ठीक है, जिहड़ियां कलमां ने ओह ते डब्बे इन्हां दे विच सांझे कुछ, इहदा मतलब कुछ कलमां डब्बे ने, कुछ डब्बे कलमां ने। दूसरा भी सही है। उस तो बाद तीसरा देखते हैं कुछ कलमां कुत्ते हन। ठीक है, कुछ कलमां ने जिहड़ियां कलमां वो कुत्ते नहीं, बिल्कुल राइट है भी, क्योंकि कुत्ते वाला तो पोर्शन दे विच कवर हो रहा है। तो यदा मतलब कुछ हिस्सा तो उहदे विच कवर होया है। उस तो बाद तीसरा भी कथन सही है साडा, सॉरी नतीजा सही है। तो सारियां कलमां कुत्ते हन, चौथा नहीं सही है, पहले 3 सही ने। तो ऑप्शन ए असीं सिलेक्ट कर लवांगे। ठीक है जी, क्योंकि यह बयान दे बेस ते पहला, दूजा अते तीजा तीनों नतीजे सही ने।
ठीक है जी। इस तरीके नाल 24वें ਦਾ ए ऑप्शन राइट होना सी। उस तो बाद असीं डिस्कस करते हाँ जी प्रश्न नंबर 25। एक घन जो कि 16 मीटर लंबा, 14 मीटर चौड़ा और 7 मीटर उच्चा है तो घनत्व पता करो। तो इस स्थिति के पहले तो इत्थे कन्फ्यूज करने की कोशिश की गई है घन कह के, जद कि घन की लंबाई चौड़ाई तो होंदी नहीं, वो तो सारे किनारे इक्को ਜਿਹੇ ਹੁੰਦੇ ਨੇ। ਤਾਂ ਕਿਹਾ ਘਨ ਗਏ ਹੈ परंतु वो शेप ऑलरेडी कादी बन गई। जेकर ਅਸੀਂ ਗੱਲ ਕਰੀਏ ਸਿੰਪਲ ਅਸੀਂ ਸਮਝ ਸਕਦੇ ਵੀ ਅਲੱਗ-ਅਲੱਗ ਸਾਈਡਸ ਦੇ ਡਾਈਮੈਂਸ਼ਨਸ ਅਲੱਗ-ਅਲੱਗ ਹੋ ਗਈਆਂ ਤਾਂ ਉਹ ਘਣਾਵ ਦੀ ਸ਼ੇਪ ਬਣ ਗਈ। ਬਟ ਨੋ ਪ੍ਰੋਬਲਮ, ਜਿਹੜੀ ਜੇਕਰ ਕਿਨਾਰਾ ਇੱਕ ਦਿੱਤਾ ਹੋਵੇ ਘਣ ਦਾ ਅਸੀਂ ਆਇਤਨ ਕਿਵੇਂ ਪਤਾ ਕਰਦੇ ਹਾਂ, ਉਹਦੀ ਜੋ ਸਾਈਡ ਜਾਂ ਕਿਨਾਰਾ ਦਿੱਤਾ ਹੁੰਦਾ ਉਹਨੂੰ ਅਸੀਂ 3 ਵਾਰ ਗੁਣਾ ਕਰਨੀ ਹੁੰਦੀ ਹੈ। ਤਾਂ ਇੱਥੇ ਸਾਨੂੰ 3 ਡਾਈਮੈਂਸ਼ਨਸ ਦਿੱਤੀਆਂ ਗਈਆਂ ਨੇ, ਇਹਨਾਂ ਤਿੰਨੋਂ ਡਾਈਮੈਂਸ਼ਨਸ ਨੂੰ ਅਸੀਂ ਮਲਟੀਪਲਾਈ ਸਿੰਪਲੀ ਕਰ ਲੈਣਾ ਸੀ। 16 ਗੁਣਾ 14 ਗੁਣਾ 7, ਤਿੰਨਾਂ ਨੂੰ ਗੁਣਾ ਕਰਕੇ ਸਾਡਾ ਇਹ ਆਪਸ਼ਨ ਆਉਣਾ ਸੀ 1568। ਇਹਦੇ ਨਾਲ ਮੀਟਰ ਕਿਊਬ ਲੱਗੇਗਾ ਕਿਉਂਕਿ ਇਹ ਕੀ ਹੈ ਆਇਤਨ ਦੀ ਫਾਰਮ ਹੈ ਨਾ, ਇੱਕ ਤਰੀਕੇ ਨਾਲ 3 ਡਾਈਮੈਂਸ਼ਨਸ ਦੀ ਮਲਟੀਪਲਾਈ ਹੋ ਗਈ ਤਾਂ ਮੀਟਰ ਕਿਊਬ ਇਹਦੇ ਨਾਲ ਲੱਗਣਾ ਸੀ। ਇਸ ਤਰੀਕੇ ਨਾਲ ਅਸੀਂ ਨੇ ਆਪਸ਼ਨ ਏ ਸਿਲੈਕਟ ਕਰ ਲੈਣੀ ਸੀ। ਤਾਂ ਹੁਣ ਅਸੀਂ ਕਰਦੇ ਹਾਂ ਜੀ 26ਵਾਂ ਪ੍ਰਸ਼ਨ। 26ਵਾਂ ਪ੍ਰਸ਼ਨ ਹੈ ਜੀ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ गलत मिलाया गया। एक ये गलत वाले बहुत पुछ रहे हैं, चीज़ तुम ध्यान दे रखियो कॉम्बीनेशन गलत भी किहड़े ते हैगा, ठीक है, क्योंकि ये रिलेटेड हो सकता है 21 भी पा देन कुछ। तो बंदीपुर नैशनल पार्क करनाटक दे विच है, राइट है। सैकेंड ऑप्शन है कि डाचीगाम नैशनल पार्क जम्मू कश्मीर च है, राइट है भी। कान्हा नैशनल पार्क उड़ीसा, यही कॉम्बीनेशन सही नहीं है। तो 26वें का सी ऑप्शन राइट आंसर हो जाना सी। ਅਸੀਂ ਨੇ ਸਿਲੈਕਟ ਕਰਨਾ ਸੀ ਕਿ ਕਾਣਾ ਨੈਸ਼ਨਲ ਪਾਰਕ ਹੈ ਜਿਹੜਾ ਉਹ ਉੜੀਸਾ ਦੇ ਵਿੱਚ ਨਹੀਂ ਸਥਿਤ, ਇਹਦਾ ਕੰਬੀਨੇਸ਼ਨ ਸਹੀ ਨਹੀਂ ਬਣ ਰਿਹਾ, ਤਾਂ ਆਪਸ਼ਨ ਸੀ ਅਸੀਂ ਨੇ ਸਿਲੈਕਟ ਕਰ ਲੈਣੀ ਸੀ। ਹੁਣ ਅਸੀਂ ਡਿਸਕਸ ਕਰਦੇ ਹਾਂ ਜੀ ਸਵਾਲ ਨੰਬਰ 27, ਠੀਕ ਹੈ। ਸਵਾਲ ਨੰਬਰ 27, ਭਾਰਤੀ ਫੌਜ ਦਾ ਪਹਿਲਾ ਮੁਖੀ ਸੀ, ਪਹਿਲਾ ਮੁਖੀ ਕੌਣ ਸੀ? ਤਾਂ ਇੱਥੇ ਅਸੀਂ ਦੱਸਣਾ ਸੀ, ਤਾਂ ਇਹਦਾ ਰਾਈਟ ਆਨਸਰ ਹੋਏਗਾ ਆਪਸ਼ਨ ਬੀ KM ਕਰਿਅੱਪਾ, ਠੀਕ ਹੈ। ਇਹ ਇਸ ਦਾ ਪਹਿਲਾ ਮੁਖੀ ਸੀ ਭਾਰਤੀ ਫੌਜ ਦਾ। ਤਾਂ ਅਸੀਂ ਨੇ ਆਪਸ਼ਨ ਸਿਲੈਕਟ ਕਰਨੀ ਸੀ ਇਹਦੇ ਵਿੱਚੋਂ ਬੀ, ਤਾਂ ਇਹਦੇ ਵਿੱਚੋਂ ਬੀ ਸਾਡਾ ਰਾਈਟ ਆਨਸਰ ਹੋ ਜਾਣਾ ਸੀ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 28, ਹੇਠ ਦਿੱਤੇ ਆਕਾਰ ਵਿੱਚ ਵਰਗਾਂ ਦੀ ਗਿਣਤੀ ਪਤਾ ਕਰੋ। ਤਾਂ ਅਸੀਂ ਨੇ ਦੱਸਣਾ ਕਿ ਵਰਗ ਕਿੰਨੇ ਨੇ ਇਸ ਡਾਇਗਰਾਮ ਦੇ ਵਿੱਚ। ਵੈਸੇ ਤਾਂ ਦੇਖੋ ਡਾਇਗਰਾਮ ਈਜ਼ੀ ਹੈ, ਅਸੀਂ ਦੇਖ ਕੇ ਮਤਲਬ ਗਿਣ ਕੇ ਵੀ ਫਾਈਂਡ ਕਰ ਸਕਦੇ ਹਾਂ। ਜਿਵੇਂ ਦੇਖੋ ਇੱਥੇ 3 ਇੱਥੇ ਹੋ ਗਏ, ठीक है, 3 इधर हो गए, 3 इधर हो गए, 3 इधर 9 हो गए। उस तो बिना एक ये बन गया, एक ये बन गया, एक ये बन गया, एक ये बन गया। तो 4 ये हो गए, 9 ते 4 13, तो एक ये सारा बन गया बड़ा ही, ठीक है। तो ये बन गया, तो ये 14 साडा राइट आंसर होना सी। ऑप्शन बी साडा राइट आंसर है ये विचों। तो उस तो बिना तुहानूं एक ट्रिक भी दस दिंदे इहनूं याद रखण दी, क्योंकि जरूरी नहीं है भी ये इस तरह का ही सवाल पूछणगे, अगे तो टफ भी पा सकते हैं। 2021 चल रहे होना, ठीक है। तो देखो ये तरीका यह है, यह एक वर्ग की शेप ऑलरेडी, ठीक है। तो ये गिनती भी इस तरीके नाल होएगी। देखो इत्थे 1 सी, इनू 2 कह दो, इनू असीं ने 3 कहता, तो इन्हां दे वर्ग करके ऐड कर दो, भाव स्केयर करके ऐड कर दो। 1 का स्केयर हुंदा 1, 2 का स्केयर हुंदा 4, उस तो बाद 3 का स्केयर हुंदा 9, ਤਿੰਨਾਂ ਨੂੰ ऐड करता तो 14 आंसर आ गया। ऑप्शन बी ਅਸੀਂ ਨੇ सिलेक्ट कर लैनी सी। ਇਹ ਇਹਦੀ ट्रिक है, ठीक है जी, याद रखने की, क्योंकि कई बार ये ਵੱਡਾ डायग्राम भी पा ਦਿੰਦੇ ਨੇ नैक्सट पेपर ਦੇ ਵਿੱਚ। ਤਾਂ ਹੁਣ ਅਸੀਂ डिस्कस करते हाँ जी प्रश्न नंबर 29, ठीक है जी। 29वां जो प्रश्न है कि बेकिंग सोडा का कैमिकल नाम दसना। ਅਸੀਂ टू द पॉइंट गल कर रहे हैं, तो ऑप्शन डी राइट आंसर याद कर लो। सोडियम आना सी इत्थे, सोडियम वाई कार्बोनेट, यह साडा राइट आंसर हो जाना सी। ऑप्शन डी असी ने सिलेक्ट कर लैनी सी। उस तो बाद है जी प्रश्न नंबर 29वें का डी सिलेक्ट कर लियो, ठीक है। उस तो बाद प्रश्न नंबर 30, एक स्कूल विच 180 विद्यार्थी हैं, उन्हां विचों 150 विद्यार्थी अंग्रेजी बोलते हैं, ठीक है जी, तो 100 हिंदी बोलते हैं। कुछ विद्यार्थी अंग्रेजी और हिंदी दोनों बोलते हैं, इन्हां विचों सिर्फ अंग्रेजी बोलन वाले, भाव कुल तो 180 ने, इंग्लिश बोलन वाले किन्ने ने, ਜਿਹੜੇ मिक्स ने, ठीक है, मिक्स ने। इंग्लिश वाले ये कह रहे हैं 150 और उस तो बाद हिंदी वाले कह रहे हैं 100। तो ये इन्हां दी मिक्स फॉर्म है एक, ठीक है। तो असीं ने लास्ट में दसना की है, कहंदे विचों सिर्फ अंग्रेजी किन्ने बोलते हैं,
ਤਾਂ ਇਹਦੇ ਦੋ ਤਰੀਕੇ ਨੇ, ਇੱਕ ਤਾਂ ਸਿੰਪਲ ਟ੍ਰਿਕ ਦੱਸ ਦਿੰਦੇ ਤੁਹਾਨੂੰ। ਇਹਦਾ ਆਨਸਰ ਆਊਗਾ 80। ਤੀਵੇਂ ਦਾ ਰਾਈਟ ਆਨਸਰ ਹੋਏਗਾ ਆਪਸ਼ਨ ਸੀ 80। ਠੀਕ ਹੈ, ਤਾਂ ਦੇਖੋ ਇਹ ਤਾਂ ਆਨਸਰ ਹੋ ਗਿਆ ਸਾਡਾ। ਹੋਇਆ ਕਿਵੇਂ, ਇੱਕ ਤਾਂ ਤੁਹਾਨੂੰ ਡਾਇਰੈਕਟ ਵੇ ਦੱਸ ਦਿੰਦੇ ਆ। ਟੋਟਲ ਸਾਨੂੰ ਪਤਾ ਵੀ 180 ਨੇ ਵਿਦਿਆਰਥੀ। ਜੇਕਰ ਅਸੀਂ ਸਿਰਫ ਹਿੰਦੀ ਵਾਲੇ ਬਾਹਰ ਕਰ ਲਈਏ, ਹਿੰਦੀ ਵਾਲੇ ਤਾਂ ਸਾਨੂੰ ਕਹਿ ਹੀ ਰੱਖਿਆ ਨਾ 100, ਅਸੀਂ 100 ਬਾਹਰ ਲੈ ਜਾਈਏ ਤਾਂ ਪਿੱਛੇ ਤਾਂ 80 ਰਹਿ ਗਏ। ਇਹ ਵੀ ਟ੍ਰਿਕ ਸੀ। ਬਟ ਇਹਦਾ ਇੱਕ ਵੇ ਇਹ ਵੀ ਹੋ ਸਕਦਾ ਹੈ ਕਿ ਅਸੀਂ ਇਹਨਾਂ ਦਾ ਜਿਵੇਂ ਉਹ ਨਹੀਂ ਕਰਦੇ ਹੁੰਦੇ ਇੰਟਰਸੈਕਸ਼ਨ ਯੂਨੀਅਨ, ਉਸ ਬੇਸ ਤੇ ਵੀ ਹੱਲ ਕਰ ਸਕਦੇ ਹਾਂ। ਦੇਖੋ ਜੀ ਟੋਟਲ ਵਿਦਿਆਰਥੀ ਕਿੰਨੇ ਨੇ, 180 ਨੇ। ਠੀਕ ਹੈ ਜੀ, ਜਦ ਕਿ 180 ਦੇ ਵਿੱਚ ਹਨ ਕੌਣ? ਨੰਬਰ 1 180 ਦੇ ਵਿੱਚ 150 ਇੰਗਲਿਸ਼ ਵਾਲੇ, ਇੰਗਲਿਸ਼ ਹਿੰਦੀ ਦਾ ਵਿੱਚ ਮਿਲਾ ਕੇ ਮਿਕਸਅਪ ਹੈ। ਠੀਕ ਹੈ, ਉਸ ਤੋਂ ਬਾਅਦ 100 ਇਹਨਾਂ ਨੇ ਹਿੰਦੀ ਦੇ ਕਿਹਾ ਹੋਇਆ ਅਤੇ ਸਾਂਝੇ। ਤਾਂ ਸਾਂਝੇ ਕੱਢਣ ਦਾ ਇੱਕ ਤਰੀਕਾ ਤਾਂ ਇਹ ਵੀ ਹੋ ਸਕਦਾ, ਦੇਖੋ ਇੱਥੇ ਮੰਨ ਕੇ ਚਲੋ ਜਿਹੜੇ ਸਾਂਝੇ ਨੇ ਉਹਨਾਂ ਨੂੰ ਅਸੀਂ ਏ ਦਾ ਨਾਂ ਦੇਤਾ। ਠੀਕ ਹੈ, ਤਾਂ ਇਹ ਏ ਪਤਾ ਕਰਨ ਲਈ ਇਹ ਏ ਸਾਈਡ ਤੇ ਜਾ ਕੇ ਪੋਜ਼ਿਟਿਵ ਹੋ ਗਈ, ਇਹ ਐਡ ਕਰਕੇ ਇਸ ਥਾਂ ਤੇ ਬਣ ਗਿਆ 250, 180 ਇਸ ਸਾਈਡ ਤੇ ਆ ਕੇ ਹੋ ਗਿਆ ਘਟਾ ਦਾ। ਤਾਂ ਏ ਬਰਾਬਰ ਕਿੰਨਾ ਆ ਜਾਣਾ ਸੀ ਸਾਡਾ, ਆ ਗਿਆ 70। ਤਾਂ ਇਹ 70 ਨੇ ਜਿਹੜੇ ਉਹ ਸਾਂਝੇ ਨੇ, 70 ਨੇ ਜਿਹੜੇ ਉਹ ਸਾਂਝੇ ਨੇ, ਜਿਹੜੇ ਹਿੰਦੀ ਬੋਲਦੇ ਨੇ ਅਤੇ ਇੰਗਲਿਸ਼ ਵੀ ਬੋਲਦੇ ਨੇ। ਤਾਂ ਅਸੀਂ 150 ਦੇ ਵਿੱਚੋਂ ਜੋ ਸਾਨੂੰ ਦਿੱਤੀ ਹੋਈ ਸੀ, ਠੀਕ ਹੈ, ਇਹਨਾਂ ਦੀ ਗਿਣਤੀ 150 ਦੇ ਵਿੱਚੋਂ ਅਸੀਂ ਨੇ 70 ਘਟਾ ਕਰ ਦੇਣਾ ਸੀ, ਤਾਂ ਸਾਡਾ ਆਨਸਰ ਲਾਸਟ ਦੇ ਵਿੱਚ ਬਣ ਜਾਣਾ ਸੀ 80। ਠੀਕ ਹੈ ਜੀ, ਇਸ ਬੇਸ ਤੇ ਅਸੀਂ ਨੇ ਸੀ ਆਪਸ਼ਨ ਸਿਲੈਕਟ ਕਰ ਲੈਣੀ ਸੀ। 80 ਵਿਦਿਆਰਥੀ ਜਿਹੜੇ ਸਿਰਫ ਇੰਗਲਿਸ਼ ਵਾਲੇ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਪ੍ਰਸ਼ਨ ਨੰਬਰ 31। 31ਵਾਂ ਪ੍ਰਸ਼ਨ ਹੈ ਜੀ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਭਾਰਤ ਵਿੱਚ, ਠੀਕ ਹੈ, ਇਹਨਾਂ ਵਿੱਚੋਂ ਕਿਹੜਾ ਜਿਹੜਾ ਇੱਕ ਭਾਰਤ ਵਿੱਚ ਸੰਵਿਧਾਨਕ ਪਦ ਨਹੀਂ ਹੈਗਾ, ਕੌਂਸਟੀਟਿਊਸ਼ਨ ਪੋਸਟ ਨਹੀਂ ਹੈਗੀ, ਤਾਂ ਇਹਦੇ ਵਿੱਚੋਂ ਹੋਏਗਾ ਰਾਜਪਾਲ। ਠੀਕ ਹੈ, ਰਾਜ ਦਾ ਜਿਹੜਾ ਰਾਜਪਾਲ ਹੈ ਉਹ ਕੌਂਸਟੀਟਿਊਸ਼ਨਲ ਪੋਸਟ ਦੇ ਵਿੱਚ ਨਹੀਂ ਇਨਵੋਲਵ ਹੁੰਦਾ। ਸੋ ਡੀ ਆਪਸ਼ਨ ਅਸੀਂ ਨੇ ਸਿਲੈਕਟ ਕਰ ਲੈਣੀ ਸੀ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 32। ਜਮੀ ਸੌਖਾ ਹੀ ਪਾਤਾ ਬਸ ਕਿ ਵਿਰਾਸਤ ਏ ਖਾਲਸਾ ਮਿਊਜ਼ੀਅਮ ਕਿੱਥੇ ਆ, ਅਨੰਦਪੁਰ ਸਾਹਿਬ ਵਿੱਚ। ਬੜਾ ਈਜ਼ੀ ਸੀ। ਉਸ ਤੋਂ ਬਾਅਦ ਹੈ ਜੀ ਰੀਜ਼ਨਿੰਗ ਦਾ ਸਵਾਲ ਪਾਤਾ ਇਹਨਾਂ ਨੇ ਕਿ ਇੱਕ ਮੇਜ਼ ਉੱਤੇ A B C D ਅਤੇ E ਕਿਤਾਬਾਂ ਰੱਖੀਆਂ ਹਨ। ਜੇਕਰ A ਨੂੰ, ਇੱਥੇ ਪਹਿਲਾਂ ਇਹਦੇ ਕੁਝ ਕੇਸਿਸ ਬਣਾ ਲਿਆ ਕਰੋ ਵੀ ਕਿਵੇਂ ਕਿਵੇਂ ਪੋਸੀਬਲ ਜੀਆਂ ਹੋ ਸਕਦੀਆਂ ਨੇ ਇਹ। ਦੇਖੋ ਜੀ ਪਹਿਲਾਂ ਤਾਂ ਇਹ ਕਹਿ ਰਹੇ ਨੇ, ਕਹਿੰਦੇ A ਨੂੰ E ਦੇ ਹੇਠਾਂ ਰੱਖਿਆ ਗਿਆ, ਭਾਵ ਮੰਨ ਕੇ ਚਲੋ ਇੱਥੇ E ਹੈ ਤਾਂ A ਨੂੰ ਇਹਦੇ ਹੇਠਾਂ ਰੱਖਿਆ ਗਿਆ। ਠੀਕ ਹੈ, ਉਸ ਤੋਂ ਬਾਅਦ C ਨੂੰ D ਦੇ ਉੱਤੇ ਰੱਖਿਆ ਗਿਆ। ਜਿਹੜੀ C ਹੈ ਉਹਨੂੰ D ਦੇ ਉੱਤੇ ਰੱਖਿਆ ਗਿਆ, D ਹੇਠ ਹੈ C ਉੱਤੇ ਹੈ। ਉਸ ਤੋਂ ਬਾਅਦ B ਨੂੰ, ਜਿਹੜੀ B ਨੂੰ A ਦੇ ਹੇਠਾਂ ਰੱਖਿਆ ਗਿਆ। ਹਾਲੇ ਤੱਕ ਤਾਂ ਕੋਈ ਓਪੋਜਿਟ ਹੋਣ ਵਾਲੀ ਕੰਡੀਸ਼ਨ ਆਈ ਨਹੀਂ, ਤਾਂ ਇਹ ਤਾਂ ਬੜਾ ਈਜ਼ੀ ਸੀ। ਉਸ ਤੋਂ ਬਾਅਦ ਕੀ ਹੈ, ਕਹਿੰਦੇ D ਨੂੰ E ਦੇ ਉੱਤੇ ਰੱਖਿਆ ਗਿਆ। ਜਿਹੜੀ D ਹੈ ਇਹਨੂੰ E ਦੇ ਉੱਪਰ ਰੱਖ ਦਈਏ, ਮੰਨ ਕੇ ਚਲੋ ਇਹ ਸਾਰਾ ਚੱਕ ਕੇ ਇੱਥੇ ਲਿਖ ਦਿਓ, C ਉਹਦੇ ਨੀਚੇ D ਉਹਦੇ ਨੀਚੇ E A B। ਤਾਂ ਉਸ ਤੋਂ ਬਾਅਦ ਸਵਾਲ ਕੀ ਪੁੱਛ ਰਹੇ ਨੇ, ਇਹ ਕਹਿੰਦੇ ਹੇਠਾਂ ਦਿੱਤੀਆਂ ਕਿਤਾਬਾਂ ਵਿੱਚੋਂ ਕਿਹੜੀ ਮੇਜ਼ ਦੀ ਸਤ੍ਹਾ ਨੂੰ ਛੂਹ ਰਹੀ ਹੈ, ਭਾਵ ਇਹ ਮੇਜ਼ ਹੈ। ਠੀਕ ਹੈ, ਇਹਦੇ ਉੱਤੇ ਸਭ ਤੋਂ ਪਹਿਲਾਂ B ਕਿਤਾਬ ਰੱਖਤੀ, ਫਿਰ A ਰੱਖਤੀ, ਫਿਰ E ਰੱਖਤੀ। ਅਸੀਂ ਤਾਂ ਕੀ ਦੱਸਣਾ ਵੀ ਮੇਜ਼ ਨੂੰ ਕਿਹੜੀ ਛੂਹ ਰਹੀ ਹੈ, ਤਾਂ B ਕਿਤਾਬ ਹੈ ਜਿਹੜੀ ਉਹ ਮੇਜ਼ ਨੂੰ ਛੂਹ ਰਹੀ ਹੈ। ਤਾਂ B ਲਿਖਿਆ ਹੋਇਆ ਕਿੱਥੇ ਹੈ ਇਹਨਾਂ ਨੇ, B ਹੈ ਜਿਹੜਾ ਇਹਨਾਂ ਨੇ ਲਿਖਿਆ ਹੋਇਆ ਉਹ C ਆਪਸ਼ਨ ਦੇ ਵਿੱਚ ਲਿਖਿਆ ਹੋਇਆ ਹੈ। ਇਸ ਕਰਕੇ ਅਸੀਂ ਆਪਸ਼ਨ C ਸਿਲੈਕਟ ਕਰ ਲਵਾਂਗੇ। ਇਹ ਸਾਡਾ ਰਾਈਟ ਆਨਸਰ ਹੋਣਾ ਸੀ 33ਵੇਂ ਦਾ। ਠੀਕ ਹੈ ਜੀ, 33ਵੇਂ ਦਾ C ਆਪਸ਼ਨ ਹੈ ਜਿਹੜਾ ਉਹ ਰਾਈਟ ਆਨਸਰ ਹੋਣਾ ਸੀ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 34 ਕਿ ਕਾਲੀ ਮੌਤ ਮਨੁੱਖੀ ਇਤਿਹਾਸ ਦੀ ਇੱਕ ਸਭ ਤੋਂ ਤਬਾਹਕੁਨ ਮਹਾਮਾਰੀ ਸੀ ਜਿਸ ਨੇ ਯੂਰਪ ਦੀ 60% ਆਬਾਦੀ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਮਾਰ ਦਿੱਤਾ ਸੀ। ਤਾਂ ਕਾਲੀ ਮੌਤ ਕਿਹਾ ਜਾਂਦਾ ਉਹ ਘਟਨਾ ਨੂੰ। ਠੀਕ ਹੈ, ਤਾਂ ਇਹ ਸੀ ਪਲੇਗ ਦੀ ਬਿਮਾਰੀ। ਠੀਕ ਹੈ, ਤਾਂ 34ਵੇਂ ਦਾ B ਆਪਸ਼ਨ ਰਾਈਟ ਹੋ ਜਾਣਾ ਸੀ। ਪਲੇਗ ਦੀ ਬਿਮਾਰੀ ਨੇ 60% ਆਬਾਦੀ ਸੀ ਜਿਹੜੀ ਉਹ ਸਾਫ਼ ਕਰਤੀ ਸੀ, ਮੌਤ ਦੇ ਘਾਟ ਉਹਨਾਂ ਨੂੰ ਉਤਾਰ ਦਿੱਤਾ ਸੀ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 35 ਸ਼ਬਦ ਡਿਊਸ ਕਿਸ ਖੇਡ ਨਾਲ ਸੰਬੰਧਿਤ ਹੈ। ਤਾਂ ਇਹਦੇ ਵਿੱਚ 4 ਆਪਸ਼ਨ ਦੇ ਵਿੱਚੋਂ ਅਸੀਂ ਡਾਇਰੈਕਟ ਸਿਲੈਕਟ ਕਰਾਂਗੇ ਆਪਸ਼ਨ D, ਕਿਉਂਕਿ ਟੈਨਿਸ ਦੇ ਨਾਲ ਰਿਲੇਟਡ ਹੈ ਇਹ। 35ਵੇਂ ਦਾ ਰਾਈਟ ਆਨਸਰ ਹੋ ਜਾਣਾ ਸੀ ਆਪਸ਼ਨ D। ਉਸ ਤੋਂ ਬਾਅਦ ਹੈ ਜੀ ਸਵਾਲ ਨੰਬਰ 36। ਇੱਕ ਗੱਲ ਇੱਥੇ ਨੋਟ ਕਰਨ ਵਾਲੀ ਹੈ, ਇਹ ਪੇਪਰ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਕੰਬੀਨੇਸ਼ਨ ਬਾਰੇ ਬਹੁਤ ਸਵਾਲ ਆ ਰਹੇ ਨੇ, ਕਿਉਂਕਿ ਕੰਬੀਨੇਸ਼ਨ ਦੇ ਵਿੱਚ ਵਾਲੀਆਂ ਨੌਲੇਜਾਂ ਇਕੱਠੀਆਂ ਕਰ ਦਿੰਦੇ ਨੇ ਉਹ। ਤਾਂ ਦੇਖੋ
एक गलत जोड़ पुछ रहे ने ये है ना, कॉम्बीनेशन ज़्यादातर गलत ही पुछ रहे हैं भी गलत कॉम्बीनेशन किहड़ा है, क्योंकि असीं कई बार पहला देखिया हाँ जी पहला सही है चक एकदम ला दिंदे ओवर हो जाने जो असीं, तां इत्थे आंसर आना सी कि 36वें दा बी, क्योंकि जिहड़ी धारा 118 दा छुआछात दा खात्मा इहदे नाल इन्हां ने कॉम्बीनेशन बनाया गया, जद कि यह 17 दे नाल तां आ सकदा सी, तां इत्थे यह कॉम्बीनेशन असीं गलत मनदे होए 36वें दा राइट आंसर सिलेक्ट करांगे ऑप्शन बी। ठीक है जी, तां इस तरीके नाल यह आंसर आउणा सी। उस तो बाद है जी यह थोड़ा जिहा एक्सप्लेन करने वाला सवाल हैगा कि साक्षी एक काम 20 दिनां विच कर सकती है, तानिया साक्षी नालों 25% वधेरे निपुण है। पहले तो ये गल नूं समझो, कहते साक्षी 20 दिनां च काम करदी है, तानिया उहदे नालों 25% ज़्यादा है। भाव जेकर असीं मान लीए कि साक्षी अपने आप विच 100% है, उस तो बाद तानिया उस तो 25% ज़्यादा निपुण है। ठीक है, मोर एफिशिएंस है। तो इस कंडीशन दे विच सब तो पहला सवाल नूं समझो थोड़ा जिहा, तो इत्थे जेकर असीं मन्नीए कि साक्षी अपने आप दे विच कितनी हैगी 100 है। ठीक है, उस तो बाद जेकर असीं कहीए कि तानिया 125 है, तो ये तो असीं ने उन्हां दी एफिशिएंसी की गल कीती है, भाव उन्हां दी निपुणता की गल की। उस तो बाद ये गल हुण थोड़ा जिहा उल्ट करके देखो, की करके देखिए, मन के चलो जिहड़ी साक्षी है, ठीक है, ओह 125 दिनां च करदी है काम नूं। जेकर असीं भी टाइमिंग की गल करिए तो उल्ट लगा लीए, ठीक है, भी साक्षी है जिहड़ी ओह काम नूं 125 दिनां च कर सकदी है, जद कि तानिया जिहड़ी ओह निपुण होण करके घट दिनां च करूगी, 100 दिनां च निमेड़ दूगी। ठीक है, जेकर किसी काम नूं तानिया 100 दिनां च कर सकदी है, तो उहदे विच शक्ति घट है साक्षी दे विच, तो ओह उहनूं 125 दिन लगा दूगी करन ते। तो एक कॉम्बीनेशन तो इन्हां दा इह बन गया 100 ते 125 का। उस तो बाद इस बेस ते ही देखो, यह तानिया का कॉम्बीनेशन है, इत्थे टी लिख लो। ठीक है, यह काहदा कॉम्बीनेशन है साडे कोल साक्षी का, तो इस बेस ते असीं की कहांगे, तो इस कॉम्बीनेशन के बेस ते ही असीं लिखांगे, देखो तानिया का अते साक्षी का, इन्हां दा सी 100 का अते 125 का कॉम्बीनेशन भाव अनुपात सी। उस तो बाद ये कह रहे हैं, कहते जिहड़ी साक्षी है वह किन्ने दिन लगाउंदी है, 20 दिन लगाउंदी है, जद कि तानिया उहदे उत्ते एक्स दिन लगाएगी, एक्स असीं ने अपने कोलों लैट कीता है। ठीक है, तो हुण देखो इहनूं असीं की लिख सकते हैं 100/125, 100/125, उस तो बाद बराबर, क्योंकि अनुपात नूं असीं बराबर रख सकते हैं, तो x/b। ठीक है, इत्थे क्योंकि जिहड़ी यह कॉम्बीनेशन साक्षी का है, यह भी साक्षी का, क्योंकि 20 दिन लगा रही है, यह तानिया का, यह भी तानिया का, जो असीं ने एक्स लैट कीता है। तो हुण असीं इन्हां नूं कट कटा कर लांगे, यह कट जूगा 4 दे उत्ते, यह कट जूगा 5 दे उत्ते। उस तो बाद ए बी नूं लिजा के असीं साइड ते कर देवांगे गुणा। ठीक है, 20 गुणा 4 बन गया, नीचे 5 सी, इहदे नाल कट के कितना आ गया इनू 4। उस तो बाद 4 गुणा एक्स बराबर की रह गया 4 गुणा 4 16, भाव ओह की करूगी 16 दिन लगाऊगी। तो ये विचों साडा राइट आंसर हो जाना सी 16 दिन लगणगे तानिया नूं ये काम करन दे लई, क्योंकि देखो 20 दिन तो साक्षी ने लगाते सी, उस तो बाद तानिया ज़्यादा की है एफिशिएंस है, भाव उहदे नाल ज़्यादा निपुण है, तो इस करके वो घट दिनां च कर दूगी, की कर दूगी 16 दिन लगा देगी। अगला प्रश्न है जी सवाल नंबर 38। ठीक है जी, FAG GAF HAI IAH, तो ये 4 वर्ड सानूं दिते हुए सी। ठीक है, तो इस तो नैक्सट असीं दसना सी की होएगा, रीजनिंग दे विचों सवाल पूछे ये, तो ये विचों सब तो पहलां तुसीं इहनूं इस तरह लिख लो। देखो जी असीं लिख लैंदे आ FAG फस्ट लिख लिया, उस तो बाद लिखते हैं GAF। ठीक है जी, यही लिख लिया। उस तो बाद HAI, उस तो बाद जो नैक्सट है इत्थे लिख लैंदे आ IAH। तो इत्थे देखो एक सीक्वेंस फॉलो हो रही है, तो उस सीक्वेंस बेस ते ही असीं ने रिजल्ट कड्डांगे। देखो जी सीक्वेंस की फॉलो हो रही हैगी कि FGHIJ, अगे की आ जाऊगा जे आ जाऊगा। तो देखो पहला अखर तो सानूं लभ गया भी जे आऊगा। ठीक है, उस तो बाद विचकार दे विच तां ए ही आ रहा, तो ए लिख दो। तो इत्थे प्रॉब्लम की आ गई, पहली ऑप्शन दे विच भी जे ए पे है,
ਉਸ ਤੋਂ ਬਾਅਦ ਡੀ ਦੇ ਵਿੱਚ ਵੀ ਪਿਆ, ਮਤਲਬ ਲਾਸਟ ਅੱਖਰ ਤਾਂ ਆਪਾਂ ਨੂੰ ਪਤਾ ਕਰਨਾ ਹੀ ਪਊਗਾ। ਤਾਂ ਲਾਸਟ ਅੱਖਰ ਪਤਾ ਕਰਾਂਗੇ, ਦੇਖੋ ਜੀ ਤੋਂ ਬਾਅਦ ਇੱਥੇ ਡਬਲ ਸੀਰੀਜ਼ ਨੂੰ ਮਿਕਸ ਕੀਤਾ। ਇਹ ਚੀਜ਼ ਨੂੰ ਅਸੀਂ ਵਿਸਥਾਰ ਦੇ ਵਿੱਚ ਨੰਬਰ ਸੀਰੀਜ਼ ਵਾਲਿਆ ਜੋ ਟੌਪਿਕ ਅਸੀਂ ਰੀਜਨਿੰਗ ਕਰਵਾ ਰਹੇ ਹਾਂ ਚੈਨਲ ਦੇ ਉੱਤੇ, ਉਹਦੇ ਵਿੱਚ ਵੀ ਇਹ ਵੀਡੀਓਜ਼ ਦੇ ਵਿੱਚ ਅਸੀਂ ਨੇ ਕਵਰ ਕੀਤਾ ਸੀ। ਤਾਂ ਇੱਥੇ ਡਬਲ ਸੀਰੀਜ਼ ਮਿਕਸ ਹੋ ਗਈ। ਜੀ ਤੋਂ ਬਾਅਦ ਆ ਗਿਆ ਆਈ, ਉਸ ਤੋਂ ਬਾਅਦ ਆਈ ਤੋਂ ਬਾਅਦ ਇਹ ਇੱਕ ਅੱਖਰ ਛੱਡ ਕੇ ਜੇ ਛੱਡ ਕੇ ਕੇ ਲਿਖਣਗੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਇਹਨਾਂ ਨੇ ਇੱਕ ਇੱਕ ਅੱਖਰ ਛੱਡ ਕੇ ਸੀਰੀਜ਼ ਬਣਾਈ ਹੈ। ਜਿਵੇਂ ਕਿ ਇੱਥੇ ਐਫ ਤੋਂ ਬਾਅਦ ਬਣਾਤੀ ਇਹਨਾਂ ਨੇ ਐਚ ਤੋਂ ਬਾਅਦ ਇਹ ਇੱਕ ਅੱਖਰ ਛੱਡ ਕੇ ਅੱਗੇ ਪਿੱਛੇ ਜਾਣਗੇ। ਤਾਂ ਇਸ ਤਰੀਕੇ ਨਾਲ ਇੱਥੇ ਸੀਰੀਜ਼ ਇਹ ਫੋਲੋ ਹੋ ਰਹੀ ਹੈ। ਤਾਂ ਇਹਦੇ ਵਿੱਚ ਲਾਸਟ ਵਿੱਚ ਅਸੀਂ ਭਰਾਂਗੇ ਕੇ। ਤਾਂ ਜੇ ਏ ਕੇ ਇਹ ਸਾਡੀ ਰਾਈਟ ਆਪਸ਼ਨ ਹੋਣੀ ਸੀ। ਸੋ ਇਹ ਅਸੀਂ ਨੇ ਸਿਲੈਕਟ ਕਰਨੀ ਸੀ। ਉਸ ਤੋਂ ਬਾਅਦ ਹੈ ਜੀ ਸਵਾਲ ਨੰਬਰ 39। ਇੱਕ ਖੇਤ ਦਾ ਵਰਗਾਕਾਰ ਖੇਤ ਦਾ 625 ਮੀਟਰ ਸਕੁਅਰ ਹੈ। 25 ਰੁਪਏ ਪ੍ਰਤੀ ਮੀਟਰ ਦੇ ਹਿਸਾਬ ਨਾਲ ਇਸ ਨੂੰ ਵਾੜ ਗਲਤ ਪਾ ਰਿਹਾ, ਵਾੜ ਲਗਾਉਣ ਦੀ ਕੀ ਕੀਮਤ ਹੈ। ਸਭ ਤੋਂ ਪਹਿਲਾਂ ਤਾਂ ਸਿੰਪਲ ਗੱਲ ਹੈ ਕਿ ਸਾਨੂੰ ਖੇਤਰਫਲ ਦਿੱਤਾ ਹੋਇਆ, ਅਸੀਂ ਨੇ ਪਰਿਮਾਪ ਪਤਾ ਕਰਨਾ ਹੈ। ਤਾਂ ਦੇਖੋ ਖੇਤਰਫਲ ਦਿੱਤਾ ਹੋਇਆ ਸਾਨੂੰ 625। ਤਾਂ 625 ਕਿਵੇਂ ਆਇਆ, 25 ਨੂੰ 25 ਨਾਲ ਗੁਣਾ ਕਰਕੇ ਹੀ ਆਇਆ। ਇਹਦਾ ਮਤਲਬ ਸਾਨੂੰ ਇੱਕ ਭੁਜਾ ਪਤਾ ਲੱਗ ਗਈ ਇਸ ਵਰਗ ਦੀ, ਠੀਕ ਹੈ। 25 ਇੱਕ ਭੁਜਾ। ਤਾਂ ਅਸੀਂ ਇਸ ਦਾ ਖੇਤਰਫਲ ਤਾਂ ਪਤਾ ਹੈ 625 ਸੀ, 25 ਗੁਣਾ 25 ਕਰਕੇ ਆਇਆ ਹੈ। ਉਸ ਤੋਂ ਬਾਅਦ ਪਰਿਮਾਪ ਕੱਢਾਂਗੇ। ਪਰਿਮਾਪ ਹੁੰਦਾ ਆਲੇ ਦੁਆਲੇ ਵਾਲਾ ਏਰੀਆ ਹੁੰਦਾ ਹੈ। ਇਸ ਏਰੀਏ ਦੇ ਉੱਤੇ ਹੀ ਅਸੀਂ ਨੇ ਵਾੜ ਲਗਾਉਣੀ ਹੈ, ਠੀਕ ਹੈ। ਤਾਂ ਇਸ ਦਾ ਪਰਿਮਾਪ ਕੱਢਣ ਲਈ ਅਸੀਂ ਕੀ ਕਰਾਂਗੇ, 4 ਗੁਣਾ ਭੁਜਾ, ਠੀਕ ਹੈ। ਤਾਂ ਕਿੰਨਾ ਆ ਜਾਊਗਾ, ਇਹ 100 ਆ ਜਾਊਗਾ। ਤਾਂ ਇਸ ਦਾ ਜਿਹੜਾ ਪਰਿਮਾਪ ਆ ਗਿਆ ਉਹ ਆ ਗਿਆ 100। ਤਾਂ 1 ਮੀਟਰ ਦੇ ਉੱਤੇ ਖਰਚਾ ਆਉਂਦਾ 25 ਦਾ। ਉਸ ਤੋਂ ਬਾਅਦ ਅਸੀਂ 100 ਨੂੰ 25 ਦੇ ਨਾਲ ਗੁਣਾ ਕਰ ਦੇਵਾਂਗੇ। ਤਾਂ 2500 ਸਾਡਾ ਰਾਈਟ ਆਨਸਰ ਆ ਜਾਵੇਗਾ। 2500 ਅਸੀਂ ਸਿਲੈਕਟ ਕਰ ਲੈਣਾ। ਇਹਦੇ ਵਿੱਚੋਂ ਆਪਸ਼ਨ ਸੀ ਸਾਡਾ ਰਾਈਟ ਆਨਸਰ ਹੋਣਾ ਸੀ, ਠੀਕ ਹੈ ਜੀ। ਤਾਂ ਇਹਦੇ ਵਿੱਚੋਂ ਅਸੀਂ ਸੀ ਆਪਸ਼ਨ ਸਿਲੈਕਟ ਕਰ ਲਵਾਂਗੇ। ਇਹ ਸਾਡਾ ਰਾਈਟ ਆਨਸਰ ਹੋਏਗਾ। 2500 ਰੁਪਏ ਖਰਚਾ ਆਏਗਾ ਜੇਕਰ ਇਸ ਖੇਤ ਦੇ ਉੱਤੇ ਅਸੀਂ ਨੇ ਵਾੜ ਲਗਾਉਣੀ ਹੈ। ਤਾਂ ਕਰੋ ਪ੍ਰਬੰਧ 2500 ਦਾ ਹੁਣ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਪ੍ਰਸ਼ਨ ਨੰਬਰ 40। ਲੜਕੀਆਂ ਦੀ ਕੁੜੀਆਂ ਦੀ ਇੱਕ ਕਤਾਰ ਵਿੱਚ ਚੇਤਨਾ ਸੱਜੇ ਪਾਸੇ ਤੋਂ 7ਵੇਂ ਅਤੇ ਨੀਲਮ ਖੱਬੇ ਪਾਸੇ ਤੋਂ 15ਵੇਂ ਸਥਾਨ ਉੱਤੇ ਹੈ। ਜੇਕਰ ਦੋਵੇਂ ਆਪਣਾ ਥਾਂ ਬਦਲ ਲੈਂਦੀਆਂ ਹਨ ਤਾਂ ਚੇਤਨਾ ਸੱਜੇ ਪਾਸੇ ਤੋਂ 20ਵੀਂ ਤੇ ਹੋ ਜਾਵੇਗੀ। ਉਸ ਤੋਂ ਬਾਅਦ ਕਤਾਰ ਵਿੱਚ ਕਿੰਨੀਆਂ ਕੁੜੀਆਂ ਨੇ। ਤਾਂ ਇਹਨੂੰ ਅਸੀਂ ਬੜੇ ਈਜ਼ੀ ਵੇ ਨਾਲ ਹੱਲ ਕਰ ਸਕਦੇ ਹਾਂ। ਦੇਖੋ ਕੀ ਕਿਹਾ ਗਿਆ ਹੈ ਕਿ ਇੱਕ ਲੜਕੀ ਤਾਂ ਇਸ ਸਾਈਡ ਤੋਂ ਕਿੰਨਵੇਂ ਸਥਾਨ ਤੇ ਬੈਠੀ ਹੈ, ਉਹ 15ਵੇਂ ਤੇ। ਉਸ ਤੋਂ ਬਾਅਦ ਦੂਸਰੀ ਬੈਠੀ ਹੈ ਇਸ ਸਥਾਨ ਤੋਂ 7ਵੇਂ ਤੇ, ਇਸ ਸਾਈਡ ਤੋਂ, ਇਸ ਤਰੀਕੇ ਨਾਲ, ਠੀਕ ਹੈ। ਤਾਂ ਜੇਕਰ ਇਹਨਾਂ ਦਾ ਸਥਾਨ ਬਦਲ ਦਿੱਤਾ ਜਾਵੇ, ਜਿਹੜੀ ਇੱਥੇ ਚੇਤਨਾ ਬੈਠੀ ਸੀ ਤਾਂ ਇਹ ਇਸ ਸਥਾਨ ਤੇ ਆ ਗਈ ਜੋ ਕਿ 20ਵਾਂ ਸਥਾਨ ਹੈ, ਠੀਕ ਹੈ। ਭਾਵ ਉਹਦਾ ਸਥਾਨ, ਜਿਹੜੀ ਲੜਕੀ ਦਾ ਸਥਾਨ ਹੈ, ਇੱਕ ਪਾਸੇ ਤੋਂ ਤਾਂ ਉਹਦਾ ਸਥਾਨ 15ਵਾਂ ਸੀ, ਇੱਕ ਪਾਸੇ ਤੋਂ ਉਹਦਾ ਸਥਾਨ 20ਵਾਂ ਸੀ। ਤਾਂ ਉਹ ਲੜਕੀ 2 ਵਾਰ ਕਾਊਂਟ ਹੋਈ ਹੈ ਇੱਥੇ, ਠੀਕ ਹੈ। ਕਿਉਂਕਿ ਜਦੋਂ ਅਸੀਂ ਨੇ ਕਿਹਾ ਵੀ 15ਵੀਂ ਲੜਕੀ ਇਹ ਹੈ ਤਾਂ 15ਵੀਂ ਲੜਕੀ ਨੂੰ ਵੀ ਉਹ ਗਿਣ ਲਿਆ। ਇਸ ਸਾਈਡ ਤੋਂ 20ਵੀਂ ਲੜਕੀ ਕਿਹਾ ਤਾਂ ਵੀ ਉਹ ਗਿਣੀ ਗਈ ਵਿੱਚ। ਤਾਂ ਇੱਥੇ ਅਸੀਂ ਕੀ ਕਰਾਂਗੇ, 15 ਅਤੇ 20 ਨੂੰ ਅਸੀਂ ਐਡ ਕਰ ਦੇਵਾਂਗੇ, ਠੀਕ ਹੈ ਜੀ। ਕੀ ਕਰਾਂਗੇ ਅਸੀਂ 15 ਅਤੇ 20 ਨੂੰ ਐਡ ਕਰ ਦੇਵਾਂਗੇ ਕਿਉਂਕਿ ਇਹ ਉਸ ਦੇ ਸਥਾਨ ਨੇ ਖੱਬੇ ਅਤੇ ਸੱਜੇ ਤੋਂ। ਤਾਂ ਇਹਨੂੰ ਐਡ ਕਰਕੇ ਆਵੇਗਾ 35, ਠੀਕ ਹੈ। ਤਾਂ 35 ਦੇ ਵਿੱਚ ਉਹ ਲੜਕੀ 2 ਵਾਰ ਕਾਊਂਟ ਹੋ ਗਈ ਤੇ ਅਸੀਂ ਟੋਟਲ ਲੜਕੀਆਂ ਪਤਾ ਕਰਨੀਆਂ ਤਾਂ ਅਸੀਂ 1 ਘਟਾ ਕਰ ਦਾਂਗੇ। 34 ਸਾਡਾ ਸਹੀ ਉੱਤਰ ਆ ਜਾਵੇਗਾ। ਆਪਸ਼ਨ ਡੀ ਅਸੀਂ ਇਹਦੇ ਵਿੱਚੋਂ ਸਿਲੈਕਟ ਕਰ ਲੈਣੀ ਹੈ। 40ਵੇਂ ਦਾ ਰਾਈਟ ਆਨਸਰ ਡੀ ਆਪਸ਼ਨ ਹੋ ਜਾਵੇਗਾ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ 41ਵਾਂ ਸਵਾਲ। 41ਵਾਂ ਸਵਾਲ ਹੈ ਜੀ ਕਿ ਅੰਕ 6, 1, 2, 3 ਨੂੰ ਵਰਤਦੇ ਹੋਏ ਬਿਨਾਂ ਦੁਹਰਾਏ, ਇੱਕ ਗੱਲ ਕਹੇਗੀ, ਕਹਿੰਦੇ ਬਿਨਾਂ ਦੁਹਰਾਏ 3 ਹਿੰਦਸਿਆਂ ਵਾਲੇ ਕਿਸੇ ਨੰਬਰ ਬਣਾਏ ਜਾ ਸਕਦੇ ਹਨ। ਕਿੰਨੇ ਨੰਬਰ ਬਣਾਏ ਜਾ ਸਕਦੇ ਹਨ? ਭਾਵ ਇੱਥੇ ਇੱਕ ਤਾਂ ਫੈਕਟੋਰੀਅਲ ਦਾ ਯੂਜ਼ ਕਰਾਂਗੇ ਅਸੀਂ, ਠੀਕ ਹੈ। ਫੈਕਟੋਰੀਅਲ ਕੀ ਹੁੰਦਾ ਹੈਗਾ ਤਾਂ ਤੁਸੀਂ ਪੜ੍ਹਿਆ ਹੋਵੇਗਾ, ਨੋ ਪ੍ਰੋਬਲਮ, ਅਸੀਂ ਦੱਸ ਦਿੰਦੇ ਹਾਂ। ਦੇਖੋ ਜੀ ਫੈਕਟੋਰੀਅਲ ਹੁੰਦਾ ਹੈਗਾ ਇਸ ਤਰੀਕੇ, ਇਹ ਸਾਈਨ ਹੁੰਦਾ ਇਹਦਾ ਭਾਵ ਹੁੰਦਾ ਵੀ ਉਸ ਅੱਖਰ ਨੂੰ 1 ਤੱਕ ਲਿਜਾਈ ਚੱਲੋ ਗੁਣਾ ਕਰਦੇ ਰਿਵਰਸ 'ਚ, ਠੀਕ ਹੈ, ਇਸ ਤਰੀਕੇ ਨਾਲ। ਤਾਂ ਇਹਦਾ 24 ਆਨਸਰ ਆਊਗਾ। ਵੈਸੇ ਤਾਂ 4 ਦਾ ਫੈਕਟੋਰੀਅਲ 24 ਹੁੰਦਾ, ਬਟ ਇੱਥੇ ਆਨਸਰ ਇਸ ਤਰੀਕੇ ਨਾਲ ਆਇਆ ਹੈ ਕਿਉਂਕਿ ਸਾਨੂੰ ਇਹਨਾਂ ਨੇ ਇਹ ਗੱਲ ਵੀ ਕਹੀ ਸੀ ਨਾ ਵੀ ਕੋਈ ਚੀਜ਼ ਰਿਪੀਟ ਨਾ ਹੋਵੇ। ਜਿਹੜੀ ਚੀਜ਼ ਰਿਪੀਟ ਨਾ ਹੋਵੇ ਅਸਲ ਦੇ ਵਿੱਚ ਇਹਦਾ ਪਰਮੂਟੇਸ਼ਨ ਦਾ ਫਾਰਮੂਲਾ ਇਸ ਤਰੀਕੇ ਨਾਲ ਲੱਗਦਾ। ਉੱਪਰ ਟੋਟਲ ਲਿਖਣੇ ਨੇ ਅਸੀਂ 4 ਅੰਕ ਨੇ, ਠੀਕ ਹੈ। ਤਾਂ ਉੱਪਰ ਟੋਟਲ, ਉਸ ਤੋਂ ਬਾਅਦ ਪੀ ਪਾ ਕੇ ਅਸੀਂ ਨਹੀਂ ਲਿਖਣਾ ਕਿੰਨੇ ਅੱਖਰਾਂ ਦੀ ਗੱਲ ਕੀਤੀ ਗਈ ਹੈ, 3 ਦੀ, ਤਾਂ ਅਸੀਂ ਇੱਥੇ 3 ਲਿਖਣਾ। ਤਾਂ ਇਹਦਾ ਸਹੀ ਫਾਰਮੂਲਾ ਇਸ ਤਰੀਕੇ ਨਾਲ ਓਪਨ ਹੋਏਗਾ। ਉੱਪਰ 4 ਫੈਕਟੋਰੀਅਲ ਅਤੇ ਇਹਦੇ ਨੀਚੇ ਲੱਗਦਾ ਹੁੰਦਾ 4
ਘਟਾ 3 ਯਾਨੀ ਕਿ 1 ਫੈਕਟੋਰੀਅਲ। 1 ਫੈਕਟੋਰੀਅਲ ਤਾਂ 1 ਹੋ ਗਿਆ, ਡਿਵਾਈਡ ਕਰਕੇ ਸੇਮ ਆਏਗਾ। ਤਾਂ ਉੱਪਰ ਅਸੀਂ 4 ਦਾ ਫੈਕਟੋਰੀਅਲ ਫਾਈਂਡ ਕਰ ਲਾਵਾਂਗੇ ਜੋ ਕਿ 24 ਹੁੰਦਾ ਹੈ। ਠੀਕ ਹੈ ਜੀ, ਇਸ ਤਰ੍ਹਾਂ ਫੈਕਟੋਰੀਅਲ ਫਾਈਂਡ ਹੁੰਦਾ ਹੈ 4 ਗੁਣਾ 3 ਗੁਣਾ 2 ਗੁਣਾ 1। ਠੀਕ ਹੈ, ਉਹਨੂੰ 1 ਤੱਕ ਲੈ ਜਾਓ ਵਾਪਸ ਗੁਣਾ ਕਰਦੇ ਕਰਦੇ, ਜਿੰਨੇ ਦਾ ਫੈਕਟੋਰੀਅਲ ਫਾਈਂਡ ਕਰਨਾ ਤਾਂ ਇਹਨੂੰ ਗੁਣਾ ਕਰਕੇ ਆਊਗਾ 6 ਗੁਣਾ 4 ਕਿੰਨਾ ਆ ਗਿਆ 24। ਆਪਸ਼ਨ ਬੀ ਅਸੀਂ ਨੇ ਸਿਲੈਕਟ ਕਰ ਲੈਣੀ ਸੀ, ਇਹ ਸਾਡਾ ਰਾਈਟ ਆਨਸਰ ਹੋਣਾ ਸੀ 41ਵੇਂ ਦਾ ਆਪਸ਼ਨ ਬੀ। ਠੀਕ ਹੈ ਜੀ, ਉਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਪ੍ਰਸ਼ਨ ਨੰਬਰ 22। ਜੇਕਰ ਇੱਕ ਗੁਪਤ ਭਾਸ਼ਾ ਵਿੱਚ LUTE ਨੂੰ MUTE ਲਿਖਿਆ ਜਾਂਦਾ ਹੈ ਅਤੇ FATE ਨੂੰ GATE ਲਿਖਿਆ ਜਾਂਦਾ ਹੈ ਤਾਂ ਉਸ ਗੁਪਤ ਭਾਸ਼ਾ ਵਿੱਚ ਬਲੂ ਨੂੰ ਕਿਵੇਂ ਲਿਖਿਆ ਜਾਵੇਗਾ? ਬੜਾ ਈਜ਼ੀ ਸਵਾਲ ਹੈ ਵੈਸੇ, ਜੇ ਕਨਫਿਊਜ਼ ਹੋਣਾ ਹੋਵੇ ਤਾਂ ਤੁਸੀਂ ਹੋ ਵੀ ਸਕਦੇ ਹੋ। ਦੇਖੋ ਜੀ, ਪਿਛਲੇ 3 ਅੱਖਰ ਸੇਮ ਹੀ ਰਹਿ ਗਏ, UTE ਇੱਥੇ ATE ਮੀਨਜ਼ ਫਸਟ ਲੈਟਰ ਦਾ ਫਸਟ ਨਾਲ ਲਿੰਕ ਹੈ ਕੁਝ। ਕਿਵੇਂ ਦੇਖੋ, L ਤੋਂ ਬਾਅਦ M ਆ ਗਈ, ਠੀਕ ਹੈ, ਤਾਂ F ਤੋਂ ਬਾਅਦ G ਆ ਗਈ, ਮੀਨਜ਼ ਇੱਕ ਅੱਖਰ ਅੱਗੇ ਜਾ ਰਿਹਾ ਨਾ। ਕੀ ਕੀਤਾ ਹੈਗਾ, ਸਭ ਤੋਂ ਪਹਿਲਾਂ ਤਾਂ ਇਹਨਾਂ ਨੇ LC ਲਿਖਿਆ ਹੋਇਆ LUTE, ਠੀਕ ਹੈ, ਉਸ ਤੋਂ ਬਾਅਦ ਇਹਨੂੰ ਇਹਨਾਂ ਨੇ MUTE ਲਿਖਤਾ, ਭਾਵ L ਤੋਂ ਬਾਅਦ ਕਿਹੜਾ ਅੱਖਰ ਆਉਂਦਾ M ਉਹ ਲਿਖ ਕੇ ਬਾਕੀ 3 ਅੱਖਰ ਸੇਮ ਰੱਖਤੇ। ਤਾਂ ਹੁਣ ਅਸੀਂ ਨੇ ਪਤਾ ਕਰਨਾ ਬਲੂ ਦਾ, ਤਾਂ VLUE, ਤਾਂ ਉਸ ਤੋਂ ਬਾਅਦ ਅਸੀਂ ਇੱਕ ਅੱਖਰ ਅੱਗੇ ਵਧਾ ਦਿੰਦੇ ਹਾਂ, C ਲਿਖ ਦਿੰਦੇ ਹਾਂ, ਬਾਕੀ ਸਾਰੇ ਸੇਮ ਲਿਖ ਦਿੰਦੇ ਹਾਂ। ਤਾਂ ਇਹ ਕਲੂ ਬਣ ਗਿਆ ਜੋ ਕਿ ਆਪਸ਼ਨ ਫਸਟ ਦੇ ਵਿੱਚ ਪਿਆ ਹੈ। ਠੀਕ ਹੈ, ਇਸ ਤਰੀਕੇ ਨਾਲ ਇਹ ਅਸੀਂ ਨੇ ਸਿਲੈਕਟ ਕਰ ਲੈਣਾ ਸੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਜੀ ਪ੍ਰਸ਼ਨ ਨੰਬਰ 43। ਇਹ ਵੀ ਦੇਖੋ ਸੇਮ ਉਸੇ ਤਰ੍ਹਾਂ ਸਵਾਲ ਆ ਗਿਆ ਜਿਸ ਤਰ੍ਹਾਂ ਤੁਹਾਨੂੰ ਕਹਿ ਰਹੇ ਹਾਂ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਗਲਤ ਮਿਲਾਇਆ ਗਿਆ ਹੈ। ਤਾਂ ਇਹਦੇ ਵਿੱਚੋਂ ਸਾਡਾ ਰਾਈਟ ਆਨਸਰ ਹੋ ਜਾਣਾ ਸੀ ਆਪਸ਼ਨ ਡੀ, ਵਿਕਰਮ ਸਾਰਾਭਾਈ ਪੁਲਾੜ ਕੇਂਦਰ। ਜਿਹੜਾ ਪੁਲਾੜ ਵੀ ਗਲਤ ਪਾ ਰਹੇ ਨੇ ਇਹ, ਪੰਜਾਬੀ ਦੇ ਵਿੱਚ ਵੀ ਨਹੀਂ ਕਸਰ ਛੱਡਦੇ ਅੰਦਰ, ਪੰਜਾਬ ਦਾ ਪੇਪਰ ਹੈ, ਘੱਟੋ ਘੱਟ ਪੰਜਾਬੀ ਦਾ ਸ਼ੁੱਧ ਲਿਖ ਲਓ। ਤਾਂ ਦੇਖੋ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਜਿਹੜਾ ਇਹ ਬੰਗਲੌਰ ਦੇ ਵਿੱਚ ਨਹੀਂ ਹੈਗਾ, ਤਾਂ ਇਹ ਕੰਬੀਨੇਸ਼ਨ ਇਹਨਾਂ ਨੇ ਗਲਤ ਬਣਾਇਆ ਗਿਆ। ਠੀਕ ਹੈ, ਡੀ ਆਪਸ਼ਨ ਅਸੀਂ ਨੇ ਸਿਲੈਕਟ ਕਰ ਲੈਣੀ ਸੀ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 44। ਹੇਠ ਲਿਖਿਆਂ ਵਿੱਚੋਂ ਸਰਕਾਰੀ ਕਰ ਮਾਲੀਏ ਲਈ ਸਭ ਤੋਂ ਘੱਟ ਕਿਸ ਦਾ ਯੋਗਦਾਨ ਹੈ? ਕੇਂਦਰੀ ਆਬਕਾਰੀ ਦਾ, ਆਮਦਨ ਕਰ ਦਾ, ਸਰਮਾਇਆ ਕਰ ਦਾ, ਕਸਟਮ ਦਾ। ਸਭ ਤੋਂ ਘੱਟ ਸਰਮਾਇਆ ਕਰਦਾ ਹੈ। ਠੀਕ ਹੈ, ਤਾਂ ਆਪਸ਼ਨ ਸੀ ਅਸੀਂ ਨੇ ਸਿਲੈਕਟ ਕਰ ਲੈਣੀ ਹੈ। ਇਹਦੇ ਵਿੱਚੋਂ ਆਪਸ਼ਨ ਸੀ ਸਾਡਾ ਰਾਈਟ ਆਨਸਰ ਹੋਏਗਾ, ਸਭ ਤੋਂ ਘੱਟ ਯੋਗਦਾਨ ਇਸ ਦਾ ਹੈਗਾ। ਉਸ ਤੋਂ ਬਾਅਦ ਹੈ ਜੀ ਕਿਓਟੋ ਪ੍ਰੋਟੋਕਾਲ ਹੇਠ ਲਿਖਿਆਂ ਵਿੱਚੋਂ ਕਿਸ ਖੇਤਰ ਨਾਲ ਸੰਬੰਧਿਤ ਹੈ? ਤਾਂ ਇਹਦੇ ਵਿੱਚੋਂ ਵਾਤਾਵਰਨ ਨਾਲ ਹੈ। ਠੀਕ ਹੈ, ਆਪਸ਼ਨ ਏ ਅਸੀਂ ਨੇ ਸਿਲੈਕਟ ਕਰ ਲੈਣੀ ਸੀ। ਜੋ ਸਵਾਲ ਹੈ 45ਵਾਂ, 45 ਦਾ ਆਨਸਰ ਸਾਡਾ ਰਾਈਟ ਹੋਣਾ ਸੀ ਆਪਸ਼ਨ ਏ। ਉਸ ਤੋਂ ਬਾਅਦ ਡਿਸਕਸ ਕਰਦੇ ਹਾਂ ਜੀ ਅਸੀਂ ਪ੍ਰਸ਼ਨ ਨੰਬਰ 46। 46ਵਾਂ ਜਿਹੜਾ ਸਵਾਲ ਹੈ ਬੜਾ ਈਜ਼ੀ ਹੈ, ਵੈਸੇ ਕਨਫਿਊਜ਼ ਕਰ ਸਕਦਾ ਸੀ ਜਿਨ੍ਹਾਂ ਨੂੰ ਇਹ ਮੈਥ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੈਗੀ। ਦੇਖੋ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕੀ ਕੀਤਾ ਹੈਗਾ, a ਦੀ ਘਾਤ 6 ਅਤੇ 2 ਲਿਖ ਰੱਖੀ ਹੈ ਬ੍ਰੈਕਟ ਤੋਂ ਬਾਹਰ, 2 ਵਿੱਚ ਕਿੰਨਾ 6, ਤਾਂ ਉੱਪਰ ਘਾਤ ਕਿੰਨੀ ਬਣ ਗਈ 12 ਬਣ ਗਈ, ਨੀਚੇ ਬਣ ਰਹੀ ਹੈ a ਦੀ ਘਾਤ 8। ਜਦ ਆਧਾਰ ਸੇਮ ਹੋਣ ਅਸੀਂ ਨੇ ਡਿਵਾਈਡ ਕਰਨੀ ਹੋਵੇ, ਭਾਗ ਕਰਨੀ ਹੋਵੇ, ਤਾਂ ਘਾਤਾਂ ਦਾ ਘਟਾ ਹੋ ਜਾਂਦਾ ਹੈ। ਤਾਂ ਕਿੰਨਾ ਆ ਜਾਊਗਾ, a ਦੀ ਘਾਤ 12 ਘਟਾ 8 4, a ਦੀ ਘਾਤ 4 ਆ ਜਾਣੀ ਸੀ। ਆਪਸ਼ਨ ਸੀ ਅਸੀਂ ਨੇ ਸਿਲੈਕਟ ਕਰ ਲੈਣੀ ਸੀ। 46ਵੇਂ ਦਾ ਰਾਈਟ ਆਨਸਰ ਹੋਣਾ ਸੀ ਆਪਸ਼ਨ ਸੀ। ਉਸ ਤੋਂ ਬਾਅਦ ਹੈ ਜੀ 47ਵਾਂ ਸਵਾਲ ਵੀ ਮੈਥ ਨਾਲ ਰਿਲੇਟਡ ਪਾ ਰੱਖਿਆ ਇਹਨਾਂ ਨੇ। ਦੇਖੋ ਪਾਈਪ A ਇੱਕ ਟੈਂਕ ਨੂੰ 5 ਘੰਟੇ ਵਿੱਚ ਭਰ ਦਿੰਦੀ ਹੈ, ਪਾਈਪ B 10 ਘੰਟਿਆਂ ਵਿੱਚ ਅਤੇ ਪਾਈਪ C 30 ਘੰਟਿਆਂ ਵਿੱਚ। ਜੇਕਰ ਸਾਰੀਆਂ ਪਾਈਪਾਂ ਖੋਲ ਦਿੱਤੀਆਂ ਜਾਣ ਤਾਂ ਕਿੰਨੇ ਘੰਟਿਆਂ ਵਿੱਚ ਟੈਂਕ ਭਰ ਜਾਵੇਗਾ? ਤਾਂ ਇੱਥੇ ਇਹਦਾ ਬੜਾ ਈਜ਼ੀ ਹੁੰਦਾ ਸਵਾਲ। ਇਹਨੂੰ ਅਸੀਂ ਨੇ ਕੀ ਕਰਨਾ ਹੁੰਦਾ, ਦੇਖੋ ਤਿੰਨਾਂ ਨੂੰ ਲਿਖ ਲਓ ਪਹਿਲਾਂ ਤਾਂ। ਇੱਕ ਤਾਂ ਭਰਦਾ 1/5 ਲਿਖ ਲਓ ਇਹਨੂੰ, ਕਿਉਂਕਿ ਇੱਕ ਟੈਂਕ 5 ਘੰਟਿਆਂ ਦੇ ਵਿੱਚ ਭਰਦਾ। ਉਸ ਤੋਂ ਬਾਅਦ ਪਲੱਸ ਕਰ ਦਿਓ, ਕਿਉਂਕਿ ਲਾਸਟ ਦੇ ਵਿੱਚ ਇਹਨਾਂ ਨੇ ਕੀ ਗੱਲ ਕਹੀ ਹੈ, ਕਹਿੰਦੇ ਤਿੰਨੋਂ ਇਕੱਠੀਆਂ ਛੱਡ ਦਿੱਤੀਆਂ ਜਾਣ, ਪਾਈਪਾਂ ਖੋਲ ਦਿੱਤੀਆਂ ਜਾਣ, ਤਾਂ ਇਹਨਾਂ ਦਾ ਪਲੱਸ ਹੋਊਗਾ 1/5। ਉਸ ਤੋਂ ਬਾਅਦ 1/10। ਠੀਕ ਹੈ ਜੀ, ਉਸ ਤੋਂ ਬਾਅਦ ਹੈ ਜੀ 1/30। ਠੀਕ ਹੈ ਜੀ, ਤਾਂ ਇੱਥੇ ਅਸੀਂ ਕੀ ਕਰਾਂਗੇ, ਇਹਨਾਂ ਤਿੰਨਾਂ ਦਾ ਲਵਾਂਗੇ ਅਸੀਂ ਲਘੁੱਤਮ ਯਾਨੀ ਕਿ ਐਲਸੀਐਮ। ਤਾਂ ਐਲਸੀਐਮ ਇਹਦਾ ਆ ਜਾਊਗਾ ਜੀ 30 ਨੀਚੇ। ਠੀਕ ਹੈ, ਨਿਚਲਿਆਂ ਦਾ ਜਿਹੜੇ ਹਰ ਨੇ ਇਹਨਾਂ ਦਾ ਐਲਸੀਐਮ ਆ ਜਾਊਗਾ 30। ਉਸ ਤੋਂ ਬਾਅਦ ਇਹ 30 ਨੂੰ ਅਸੀਂ ਇੱਥੇ 5 ਨਾਲ ਡਿਵਾਈਡ ਕਰਕੇ, ਯਾਨੀ ਕਿ ਲਘੁੱਤਮ ਲੈਣ ਦਾ ਤਰੀਕਾ ਤੁਹਾਨੂੰ ਸ਼ਾਇਦ ਪਤਾ ਹੋਏਗਾ, ਬਟ ਨੋ ਪ੍ਰੋਬਲਮ ਅਸੀਂ ਰਿਪੀਟ ਕਰ ਦਿੰਦੇ ਹਾਂ। 30 ਨੂੰ ਅਸੀਂ 5 ਤੇ ਡਿਵਾਈਡ ਕਰਾਂਗੇ ਤਾਂ ਆਊਗਾ 6। ਉਸ ਤੋਂ ਬਾਅਦ 1 ਨਾਲ ਗੁਣਾ ਕਰਕੇ 6 ਆ ਗਿਆ।
ਉਸ ਤੋਂ ਬਾਅਦ ਪਲੱਸ ਪਾਵਾਂਗੇ ਕਿਉਂਕਿ ਇੱਥੇ ਪਲੱਸ ਸੀ। ਉਸ ਤੋਂ ਬਾਅਦ 3 ਨੂੰ ਅਸੀਂ 10 ਤੇ ਡਿਵਾਈਡ ਕਰਾਂਗੇ, 3 ਆਊਗਾ, 3 ਨੂੰ 1 ਨਾਲ ਗੁਣਾ ਕੀਤੀ 3। ਉਸ ਤੋਂ ਬਾਅਦ ਪਲੱਸ ਪਾਵਾਂਗੇ, 3 ਨੂੰ 30 ਤੇ ਵੰਡਿਆ 1, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਨੇ ਐਡ ਕਰ ਦੇਣਾ ਹੈ। ਉੱਪਰ ਬਣ ਜਾਵੇਗਾ ਸਾਡੇ ਕੋਲ 10, 10 ਵਟੇ 30, ਜਿਹਨੂੰ ਕੱਟ ਕੇ ਕਿੰਨਾ ਆ ਗਿਆ 1 ਵਟੇ 3 ਆ ਗਿਆ। ਇਹਦਾ ਭਾਵ ਇਹ ਇੱਕ ਵਾਰ 'ਚ ਇਹਦੇ ਇੱਕ ਕੰਮ ਹੋ ਗਿਆ ਨਾ ਇਹ, ਵੀ ਜਦੋਂ ਇਹ ਸਾਰੀਆਂ ਟੂਟੀਆਂ ਇਕੱਠੀਆਂ ਛੱਡ ਦਿੱਤੀਆਂ ਤਾਂ ਇਹ 3 ਘੰਟੇ ਦਾ ਸਮਾਂ ਲਗਾਊਗੀ, ਕਿਉਂਕਿ ਇਹ ਵੀ ਅਸੀਂ ਨੀਚੇ ਘੰਟੇ ਹੀ ਲਿਖੇ ਸੀ। ਤਾਂ ਇੱਥੇ ਨੀਚੇ ਕਿੰਨਾ ਬਣ ਗਿਆ, ਹੁਣ ਐਲਸੀਐਮ ਲੈਣ ਤੋਂ ਬਾਅਦ ਸੋਲੂਸ਼ਨ ਕਰਨ ਤੋਂ ਬਾਅਦ ਕਿੰਨਾ ਬਣ ਗਿਆ 3 ਬਣ ਗਿਆ। ਇਹਦਾ ਭਾਵ ਜੇਕਰ ਇਹ ਸਾਰੀਆਂ ਟੂਟੀਆਂ ਇਕੱਠੀਆਂ ਹੀ ਅਸੀਂ ਛੱਡ ਦਈਏ ਤਾਂ ਇਹ 3 ਘੰਟਿਆਂ ਦੇ ਵਿੱਚ ਟੈਂਕੀ ਭਰ ਦੇਣਗੀਆਂ। ਸੋ ਆਪਸ਼ਨ ਸੀ ਸਾਡਾ ਰਾਈਟ ਆਨਸਰ ਹੋਣਾ ਸੀ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਪ੍ਰਸ਼ਨ ਨੰਬਰ 48, ਠੀਕ ਹੈ। ਤਾਂ ਇੱਕ ਥਰਮੋਸਟੇਟ ਯੰਤਰ ਵਰਤਿਆ ਜਾਂਦਾ ਹੈ ਬਿਜਲੀ ਉਪਕਰਨਾਂ ਨੂੰ ਬੰਦ ਕਰਨ ਦੇ ਲਈ, ਤਾਪਮਾਨ ਮਾਪਣ ਦੇ ਲਈ, ਤਾਪਮਾਨ ਨਿਯੰਤਰਣ ਕਰਨ ਦੇ ਲਈ, ਤਾਪ ਪੈਦਾ ਕਰਨ ਦੇ ਲਈ। ਤਾਂ ਆਪਸ਼ਨ ਸੀ ਸਾਡਾ ਰਾਈਟ ਆਨਸਰ ਹੋ ਜਾਣਾ ਸੀ 48ਵੇਂ ਦਾ ਆਪਸ਼ਨ ਸੀ, ਠੀਕ ਹੈ ਜੀ, ਤਾਪਮਾਨ ਨਿਯੰਤਰਣ ਕਰਨ ਦੇ ਲਈ। ਉਸ ਤੋਂ ਬਾਅਦ ਹੈ ਜੀ ਸਵਾਲ ਨੰਬਰ 49, ਇੱਕ ਆਮ ਮਨੁੱਖੀ ਸਰੀਰਕ ਕੋਸ਼ਿਕਾ ਵਿੱਚ ਕ੍ਰੋਮੋਸੋਮਸ ਦੀ ਗਿਣਤੀ ਕਿੰਨੀ ਹੁੰਦੀ ਹੈ। ਕੁਐਸਚਨ ਰਿਪੀਟ ਹੁੰਦਾ ਹੈ ਵੱਡੇ ਕੁਐਸਚਨ ਪੇਪਰਸ ਦੇ ਵਿੱਚ, ਅਸੀਂ ਨੇ ਦੇਖਿਆਗਾ ਕਿਤੇ ਇਹਦੇ ਜੋੜੇ ਪੁੱਛ ਲੈਂਦੇ ਨੇ, ਕਿਤੇ ਡਾਇਰੈਕਟ ਇਹਨਾਂ ਦੀ ਗਿਣਤੀ ਪੁੱਛ ਲੈਂਦੇ ਨੇ। ਜਾਂ ਜਿਹੜੇ ਕ੍ਰੋਮੋਸੋਮਸ ਨੇ ਇਹਨਾਂ ਦੀ ਗਿਣਤੀ 46 ਹੁੰਦੀ ਹੈ, ਠੀਕ ਹੈ। 46 ਆਪਸ਼ਨ ਡੀ ਅਸੀਂ ਸਿਲੈਕਟ ਕਰ ਲਵਾਂਗੇ। 49ਵੇਂ ਦਾ ਰਾਈਟ ਆਨਸਰ ਹੋਏਗਾ ਆਪਸ਼ਨ ਡੀ, ਠੀਕ ਹੈ ਜੀ। ਉਸ ਤੋਂ ਬਿਨਾਂ ਜੇਕਰ ਜੋੜੇ ਪੁੱਛ ਲੈਣ ਤਾਂ ਦੇਖੋ 2 ਦਾ ਇੱਕ ਜੋੜਾ ਮੰਨਿਆ ਗਿਆ, ਤਾਂ ਇੱਥੇ ਨੇ 46 ਨੂੰ ਅਸੀਂ 2 ਤੇ ਡਿਵਾਈਡ ਕਰਕੇ 23 ਕਹਿ ਸਕਦੇ ਹਾਂ ਕਿ ਇਸ ਤੇ 23 ਜੋੜੇ ਹੁੰਦੇ ਨੇ, ਜੋਟੇ 23 ਹੁੰਦੇ ਨੇ। ਉਸ ਤੋਂ ਬਾਅਦ ਹੈ ਜੀ ਲਕਸ਼ਦੀਪ, ਇਸ ਲਕਸ਼ਦੀਪ ਦੇ ਵੀ ਸਪੈਲਿੰਗ ਇਹਨਾਂ ਨੇ ਕਰ ਰੱਖੀ ਗੜਬੜ ਜੀ। ਤਾਂ ਦੇਖੋ ਲਕਸ਼ਦੀਪ ਦੀ ਰਾਜਧਾਨੀ ਕੀ ਹੈ, ਤਾਂ ਇਹਦੇ ਵਿੱਚੋਂ ਅਸੀਂ ਨੇ ਆਪਸ਼ਨ ਡੀ ਸਿਲੈਕਟ ਕਰ ਲੈਣੀ ਸੀ ਕਵਰਤੀ, ਇਹ ਇਸ ਦਾ ਰਾਈਟ ਆਨਸਰ ਹੋਣਾ ਸੀ। ਸੋ ਇਹ ਵੀਡੀਓ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਪਾਰਟ 1 ਸੀ ਜਿਹਦੇ ਵਿੱਚ ਅਸੀਂ ਨੇ 1 ਤੋਂ 50 ਤੱਕ ਦੇ ਸਵਾਲ ਹੱਲ ਕੀਤੇ ਨੇ, ਉਹਨਾਂ ਦਾ ਤੁਹਾਨੂੰ ਕੁਝ ਬੈਨੀਫਿਟ ਹੋਏਗਾ ਉਮੀਦ ਹੈ। ਤੇ ਉਸ ਤੋਂ ਬਾਅਦ ਜਿਹੜੀ ਨੈਕਸਟ ਵੀਡੀਓ ਹੋਏਗੀ ਉਹਦੇ ਵਿੱਚ ਅਸੀਂ 51 ਤੋਂ ਲੈ ਕੇ 100 ਤੱਕ ਕੁਐਸਚਨ ਨੇ ਜਿਹੜੇ ਉਹ ਹੱਲ ਕਰਾਂਗੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸੈਕੰਡ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਚੈੱਕ ਕਰ ਲਓ, ਹੋ ਸਕਦਾ ਵੀਡੀਓ ਦਾ ਲਿੰਕ ਅਸੀਂ ਨੇ ਨੀਚੇ ਐਡਜਸਟ ਕਰ ਦਿੱਤਾ ਹੋਵੇ ਜੇਕਰ ਤੁਸੀਂ ਇਹ ਵੀਡੀਓ ਬਾਅਦ ਦੇ ਵਿੱਚ ਦੇਖ ਰਹੇ ਹੋ। ਥੈਂਕਸ ਫॉर ਇਟ।